Hey guys, today's session and the most important session of this program ਅੱਜ ਦਾ ਸੈਸ਼ਨ ਤੇ ਸਭ ਤੋਂ ਇੰਪੋਰਟੈਂਟ ਸਭ ਤੋਂ ਮਹੱਤਵਪੂਰਨ ਸੈਸ਼ਨ ਰਿਕਾਰਡਿੰਗ ਸੈਸ਼ਨ ਜਾਂ ਟ੍ਰੇਨਿੰਗ ਸੈਸ਼ਨ ਇਸ ਪੂਰੀ ਸੀਰੀਜ਼ ਦਾ ਜੋ ਕਿ TCP IP ਜਿਹਨੂੰ ਕਿਹਾ ਜਾਂਦਾ ਹੈ TCP IP ਟ੍ਰੇਨਿੰਗ ਦੇ ਸੈਸ਼ਨ ਤੋਂ ਪਹਿਲਾਂ OSI ਮਾਡਲ ਦੀ ਟ੍ਰੇਨਿੰਗ ਜਾਂ OSI ਮਾਡਲ ਦੀ ਚਰਚਾ ਹੋਣੀ ਜ਼ਰੂਰੀ ਸੀ ਪਰ ਕਿਉਂਕਿ TCP IP ਜਿਹੜਾ ਆ ਉਹ ਸਭ ਤੋਂ ਮਹੱਤਵਪੂਰਨ ਸੈਸ਼ਨ ਆ ਇਸ ਸੀਰੀਜ਼ ਦਾ ਅਤੇ ਮੇਰਾ ਸਭ ਤੋਂ ਇੰਟਰਸਟਿਡ ਪਾਰਟ which I love it TCP IP you're gonna see ਆਪ ਜੀ ਨੇ ਦੇਖਣਾ ਆ ਆਪ ਜੀ ਦੇ ਥਰੂ ਆਊਟ ਕੈਰੀਅਰ TCP IP ਜਿਹੜਾ ਹਮੇਸ਼ਾ ਤੁਹਾਡੇ ਨਾਲ ਰਹਿਣਾ ਇਹਨੇ ਕਦੀ ਵੀ ਨਹੀਂ ਤੁਹਾਡਾ ਸਾਥ ਛੱਡਣਾ ਸੋ ਮੈਂ ਬੇਨਤੀ ਕਰਦਾ ਜੇਕਰ ਤੁਹਾਨੂੰ TCP IP ਦਾ ਸੈਸ਼ਨ ਜਾਂ ਟ੍ਰੇਨਿੰਗ ਸੈਸ਼ਨ ਸਮਝ ਨਾ ਆਵੇ ਇਹਨੂੰ ਇੱਕ ਵਾਰੀ ਦੋ ਵਾਰੀ ਪੰਜ ਵਾਰੀ 100 ਵਾਰੀ ਰਿਪੀਟ ਕਰਕੇ ਦੇਖੋ ਮੈਨੂੰ ਕਮੈਂਟ ਭੇਜੋ ਮੈਨੂੰ ਰਿਕੁਐਸਟ ਭੇਜੋ ਫੋਰਮ ਡਿਸਕਸ਼ਨਸ ਤੇ ਆਓ ਸਾਡੇ ਨਾਲ ਜੁੜੋ ਬਟ TCP IP ਦੇ ਫੰਕਸ਼ਨ ਦੇ ਕੋਰ ਫੰਕਸ਼ਨ ਦੀ ਫਾਊਂਡੇਸ਼ਨ ਨੂੰ ਸਮਝੋ ਜੇ ਤੁਸੀਂ TCP IP ਨੂੰ ਨਹੀਂ ਸਮਝ ਪਾਏ ਤੁਸੀਂ ਅੱਗੇ ਮੂਵ ਨਹੀਂ ਕਰ ਸਕਦੇ ਓਕੇ ਸੋ TCP IP ਦੇ ਉੱਤੇ ਹੀ ਅੱਜ ਅਸੀਂ ਚਰਚਾ ਕਰਾਂਗੇ ਸਭ ਤੋਂ ਵੱਡੀ ਚਰਚਾ ਸਾਡੀ ਅੱਜ ਜਿਹੜੀ TCP IP ਦੇ ਉੱਤੇ ਹੋਏਗੀ ਇਹ ਥੋੜੀ ਲੰਬੀ ਚਰਚਾ ਹੋਏਗੀ ਔਰ ਮਜ਼ੇਦਾਰ ਚਰਚਾ ਹੈ ਅਸੀਂ ਇਹਨੂੰ ਥੋੜਾ ਅੱਛੇ ਢੰਗ ਨਾਲ ਫਿਲਮਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਨੂੰ ਬੋਰੀਅਤ ਮਹਿਸੂਸ ਨਾ ਹੋਵੇ TCP ਦੇ ਵਿੱਚ alright guys so TCP IP the most important ਸਾਰਿਆਂ ਨਾਲੋਂ ਇੰਪੋਰਟੈਂਟ ਫੰਡਾਮੈਂਟਲ ਜਿਹੜਾ ਉਹ ਫਾਊਂਡੇਸ਼ਨ ਜਿਹੜਾ TCP IP ਅਸੀਂ ਮੂਵ ਔਨ ਕਰਾਂਗੇ TCP IP ਦੇਖਾਂਗੇ ਸਭ ਤੋਂ ਮੇਜਰ ਪਾਰਟ ਜਿਹੜਾ OSI ਮਾਡਲ ਤੇ TCP IP ਕਿੱਦਾਂ ਫੰਕਸ਼ਨ ਕਰਦੇ ਆ ਜਾਂ ਕਿੱਦਾਂ ਰਿਲੇਟ ਕਰਦੇ ਆ ਇੱਕ ਦੂਸਰੇ ਨੂੰ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਇੰਪੋਰਟੈਂਟ ਟਾਕ ਹੈ ਦੋ ਚੀਜ਼ਾਂ ਦੀ ਜਿਹੜੀ ਮੇਨ ਕਮਿਊਨੀਕੇਸ਼ਨ ਜਿਹੜੀ ਹੈ ਥਰੂ ਆਊਟ ਹੋਲ ਸਿਨੈਰੀਓਜ਼ ਨੈਟਵਰਕਿੰਗ ਦੇ ਵਿੱਚ ਹੁੰਦੀ ਹੈ ਜੇਕਰ ਤੁਸੀਂ ਨੈਟਵਰਕਿੰਗ ਇੰਜੀਨੀਅਰਿੰਗ ਕਰ ਰਹੇ ਹੋ ਜਾਂ ਨੈਟਵਰਕਿੰਗ ਕੰਪਿਊਟਰ ਨੈਟਵਰਕਿੰਗ ਦੀਆਂ ਸਟੱਡੀਜ਼ ਕਰ ਰਹੇ ਹੋ ਦੋ ਚੀਜ਼ਾਂ ਦਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਨੰਬਰ 1 IP ਐਡਰੈਸ ਕੀ ਹੁੰਦਾ ਹੈ ਵਾਟ ਇਜ਼ ਐਨ IP ਐਡਰੈਸ ਨੰਬਰ 2 ਇੱਕ MAC ਐਡਰੈਸ ਕੀ ਹੁੰਦਾ ਹੈ ਮੀਡੀਆ ਐਕਸੈਸ ਕੰਟਰੋਲ ਦਾ ਨੰਬਰ MAC ਮੀਡੀਆ ਐਕਸੈਸ ਕੰਟਰੋਲ ਹਰ ਇੱਕ ਡਿਵਾਈਸ ਜੋ ਵੀ ਮੀਡੀਆ ਅੱਜਕੱਲ ਜੋ ਵੀ ਡਿਵਾਈਸ ਅਸੀਂ ਲੈਣੇ ਚਾਹੇ ਫੋਨ ਹੈ ਚਾਹੇ ਕੰਪਿਊਟਰ ਹੈ ਉਹਨਾਂ ਦੇ ਵਿੱਚ ਇੱਕ ਚਿਪ ਐਸੀ ਲੱਗੀ ਹੁੰਦੀ ਹੈ ਜਿਹੜੇ ਉਸ ਤੇ ਮੀਡੀਆ ਨੂੰ ਕੰਟਰੋਲ ਕਰਦੀ ਹੈ ਜਿਹਨੂੰ ਕਿਹਾ ਜਾਂਦਾ ਮੀਡੀਆ ਐਕਸੈਸ ਕੰਟਰੋਲ ਉਹਦਾ ਇੱਕ ਨੰਬਰ ਹੁੰਦਾ ਹੈ MAC ਦਾ ਐਡਰੈਸ ਹੁੰਦਾ ਹੈ ਉਹਦਾ ਨੰਬਰ ਦਾ ਐਡਰੈਸ ਜਾਂ ਉਹਨੂੰ ਸੀਰੀਅਲ ਨੰਬਰ ਵੀ ਕਹਿ ਸਕਦੇ ਹੋ ਤੁਸੀਂ ਪਲੱਸ ਤੁਹਾਡਾ IP ਐਡਰੈਸ ਇਹ ਦੋ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਓਕੇ ਸੋ IP ਐਡਰੈਸ ਦਾ ਫਾਰਮੈਟ ਕਿਦਾਂ ਦਾ ਹੁੰਦਾ ਹੈ ਤੁਹਾਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ IP ਐਡਰੈਸ ਦਾ ਫਾਰਮੈਟ ਕੀ ਹੈ ਅਸੀਂ ਉਹਦੇ ਬਾਰੇ ਚਰਚਾ ਕਰਾਂਗੇ ਇਸ ਸੀਰੀਜ਼ ਦੇ ਵਿੱਚ ਚਰਚਾ ਕਰਾਂਗੇ ਐਂਡ ਦੈਨ ਫਰਦਰ IP ਐਡਰੈਸ ਦੀਆਂ ਕਲਾਸਿਸ ਕੀ ਹੁੰਦੀਆਂ ਨੇ IP ਐਡਰੈਸ ਦੀਆਂ ਕਲਾਸਿਸ ਵੱਖਰੀਆਂ ਕਲਾਸਿਸ ਦੇ ਵਿੱਚ ਵੰਡਿਆ ਹੋਇਆ IP ਐਡਰੈਸਸ ਨੂੰ ਸੋ ਉਹ ਕਲਾਸਿਸ ਕੀ ਨੇ ਅਸੀਂ ਉਹਦੇ ਬਾਰੇ ਚਰਚਾ ਕਰਾਂਗੇ ਇਸ ਸੀਰੀਜ਼ ਦੇ ਵਿੱਚ ਐਂਡ ਫਾਈਨਲੀ ਲਾਸਟ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਪ੍ਰਾਈਵੇਟ IP ਐਡਰੈਸ ਕੀ ਹੁੰਦੇ ਨੇ ਤੇ ਪਬਲਿਕ IP ਐਡਰੈਸ ਕੀ ਹੁੰਦੇ ਨੇ ਕਲੋਜ਼ਿੰਗ ਦੇ ਵਿੱਚ ਅਸੀਂ ਇਹਨੂੰ ਚਰਚਾ ਕਰਾਂਗੇ ਬਟ ਦੈਟਸ ਲਾਸਟ ਵਨ ਬਟ ਬਿਫੋਰ ਮੂਵਿੰਗ any other parts the first important part TCP IP okay guys so TCP IP ਅੱਜ ਦਾ ਸਭ ਤੋਂ ਵੱਡਾ ਏਜੰਡਾ TCP IP ਨੂੰ ਸਮਝਣਾ ਜੇਕਰ ਅਸੀਂ TCP IP ਦੇ ਫੰਡਾਮੈਂਟਲ ਨੂੰ ਸਮਝ ਨਾ ਪਾਏ we are not gonna go anywhere so please pay attention with me ਮੇਰੇ ਨਾਲ pay attention ਕਰਨੀ ਆ ਜੇ ਐਸੀ ਦੀ ਸਮਝ ਨਾ ਆਵੇ ਇੱਕ ਵਾਰੀ ਦੋ ਵਾਰ ਤਿੰਨ ਵਾਰ 10 ਵਾਰ ਰਿਪੀਟ ਕਰਕੇ ਦੇਖੋ ਮੈਨੂੰ ਕੁਐਸਚਨ ਕਰੋ I'll be really happy to help you out. So let us start with understanding of TCP IP. ਅਸੀਂ ਦੋ ਨੈਟਵਰਕ ਕ੍ਰੀਏਟ ਕਰਾਂਗੇ ਇੱਕ ਨੀਲਾ ਤੇ ਇੱਕ ਲਾਲ ਰੈਡ ਐਂਡ ਬਲੂ ਨੈਟਵਰਕਸ ਦੋ ਨੈਟਵਰਕ ਕ੍ਰੀਏਟ ਕਰਾਂਗੇ ਅਸੀਂ ਠੀਕ ਹੈ ਇੱਕ ਇੰਡੀਆ ਦਾ ਤੇ ਇੱਕ ਕੈਨੇਡਾ ਦਾ ਨੈਟਵਰਕ ਸੋ ਇੰਡੀਆ ਦਾ ਨੈਟਵਰਕ red here is Indian network
ओके जो कुछ भी करांगे ਅਸੀਂ ਇੰਡੀਅਨ ਨੈਟਵਰਕ ਦੇ ਰੈਡ ਨੈਟਵਰਕ ਨਾਲ ਕਰਾਂਗੇ ਇੱਕ ਪਾਸੇ ਸਾਡੇ ਕੋਲ ਬਲੂ ਨੈਟਵਰਕ ਹੈ ਸੀ ਬਲੂ okay so we have one so we have blue line Canadian network, red line is Indian network, okay yeah मैं ਅਸੀਂ ਇਸ ਨੈਟਵਰਕ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਨੈਟਵਰਕ ਨਾਲ ਕਨੈਕਟਡ ਹਾਂ ਇਸ ਦੀ ਪੂਰੀ ਡਾਇਗਰਾਮ ਬਾਅਦ ਵਿੱਚੋਂ ਮੈਂ ਡੀਟੇਲਿੰਗ ਦੇ ਵਿੱਚ ਅਸੀਂ ਕੰਪਿਊਟਰ ਤੇ ਵੀ ਟਾਕ ਕਰਾਂਗੇ let me write the diagram so here I am I'm connected with my network this network give me a router here okay and here is connected me मैं इधर आ गया इधर मेरा एक और सर्वर इंस्टॉल्ड है so here is me मैं happily ਇੱਥੇ ਬੈਠਾ ਹਾਂ connected secondly मेरा server connected my server PC okay here is my router okay और इधरले पासे रेड वाले पासे इंडियन ऑफिस ਦੇ ਵਿੱਚ ਸਾਡਾ ਇੱਕ ਸਰਵਰ TCP/IP guys TCP/IP most important factor TCP/IP okay here I'm gonna write it down TCP/IP okay here is the server okay come here look at me come see where I am okay so here this part ਅਸੀਂ ਕੈਨੇਡੀਅਨ ਨੈਟਵਰਕ ਨਾਲ ਜੁੜੇ ਆ ਮੈਂ ਇੱਥੇ ਰਾਈਟ ਕਰ ਦੇਣਾ ਕੈਨੇਡਾ ਨੈਟਵਰਕ ਠੀਕ ਹੈ this is India network okay so here a router bella router ਇੱਕ ਸਰਵਿਸ ਪ੍ਰੋਵਾਈਡਰ ਤੋਂ ਜਿਹੜਾ ਵੀ ਸਰਵਿਸ ਪ੍ਰੋਵਾਈਡਰ ਅਸੀਂ ਇੰਡੀਆ ਤੋਂ ਲੈਨੇ ਆ ਕੋਈ ਨੈਟ ਪਲੱਸ ਹੈ ਕੋਈ ਉੱਥੇ 에ਅਰਟੈਲ ਹੈ ਕੋਈ ਬਲਾ 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 here XYZ so ਰਿਕਾਰਡਿੰਗ ਚਾਲੂ ਕਰੋ ਜਦੋਂ ਅਸੀਂ ਇੱਕ ਸਰਵਿਸ ਲੈਨੇ ਆ ਉਹ ਹਮੇਸ਼ਾ ਸਾਨੂੰ ਇੱਕ ਰਾਊਟਰ ਦਿੰਦੇ ਨੇ ਅਸੀਂ ਉਹ ਰਾਊਟਰ ਲੈ ਕੇ ਆਪਣਾ ਇੱਕ ਹੋਰ ਲੋਕਲ ਨੈਟਵਰਕ ਕ੍ਰੀਏਟ ਕਰ ਲੈਨੇ ਆ ਅਸੀਂ LAN ਕਹਿ ਦਿੰਦੇ ਆ ਇਹ ਸਾਡਾ LAN ਵਾਲਾ এনवायरमेंट ਹੈ ਇਹ ਸਾਡਾ WAN ਵਾਲਾ environment okay guys WAN wide area network LAN local area network okay here everyone have an IP address every router have an IP address every computer have IP address okay so ਜਦੋਂ ਅਸੀਂ ਕਿਸੇ ਸਰਵਿਸ ਪ੍ਰੋਵਾਈਡਰ ਤੋਂ ਸਰਵਿਸ ਲੈਨੇ ਆ ਉਹਨਾਂ ਦਾ ਇੱਕ IP address ਹਮੇਸ਼ਾ behind the router ਇੱਕ IP address ਹਮੇਸ਼ਾ ਹੋਏਗਾ without IP address there is no communication so there has to be an IP address so let us start मैं 10 वाली सीरीज तो शुरू करांगा मेरा कंप्यूटर एक LAN ਦੇ ਨਾਲ ਕਨੈਕਟ ਹੈ ਜਿਹਦਾ IP ਐਡਰੈਸ ਹੈ 10.1.1.100 ਇਹ ਮੇਰੇ ਕੰਪਿਊਟਰ ਦਾ ਮੇਰੇ ਨੈਟਵਰਕ ਦਾ ਐਡਰੈਸ ਹੈ okay let us take 1 so 10.1.1.100 10.1.1.108 okay 10.1.1.100 ਅਸੀਂ ਸਿਰਫ ਇੱਕ ਵਾਲੀ ਸੀਰੀਜ਼ ਲੈ ਕੇ ਚੱਲਦੇ ਹਾਂ ਅਸੀਂ ਲੋਕਲ ਏਰੀਆ ਨੈਟਵਰਕ ਤੇ 10.1.1.1 ਵਾਲੀ ਸੀਰੀਜ਼ ਲੈ ਕੇ ਤੁਰ ਪਏ ਵਾਈਡ ਏਰੀਆ ਨੈਟਵਰਕ ਵਾਲੀ ਸਾਈਡ ਦੇ ਉੱਤੇ ਉਹਨਾਂ ਨੂੰ ਜਿਹੜਾ ਵੀ ਸਾਡਾ ਸਰਵਿਸ ਪ੍ਰੋਵਾਈਡਰ ਹੈ ਉਹਨਾਂ ਨੇ ਸਾਨੂੰ ਇੱਕ ਐਡਰੈਸ ਦਿੱਤਾ ਉਹ ਐਡਰੈਸ 99.37.0
55.97 so and so. Okay, so वाइड एरिया वाले पासे भी साडे कोल वैन दा आईपी एड्रेस आ गया. ओके, साडे कोल लोकल एरिया वाली साइड ते लैन वाला असी एस राउटर ने सानू एनवायरनमेंट दे दिता. ओके, right now we have a server connected with our network, we have a PC connected with our network. Okay, here in the middle this router connected with XYZ router, here this router connected with another here. Okay, and this guy connected here with this. So 172.16.1.1. Okay, so on Indian side right now मैं रेड ना लिखना चाहिए सी 172.16.1.1 लैन वाली साइड ते सानू इशू हो गया. वैन वाली साइड ते here they had something else, they had 122.16.108.17. okay, okay, so ਇਹ LAN ਵਾਲੀ ਸਾਈਡ ਤੇ ਅਸੀਂ 172 ਵਾਲੀ ਸੀਰੀਜ਼ ਸਾਡੇ ਕੋਲ ਆ ਗਈ, ਇਸ LAN ਵਾਲੀ ਸਾਈਡ ਤੇ ਸਾਡੇ ਕੋਲ 10 ਵਾਲੀ ਸੀਰੀਜ਼ ਆ ਗਈ. Okay guys, moving on from my sketch, मैं sketch ਨੂੰ digital convert ਕਰ ਲਿਆ. ਹੁਣ ਆਪਣੇ ਕੋਲ ਇਹਦੀ image ਆ and ਥੋੜੀਆਂ modifications ਵੀ ਕੀਤੀਆਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ. ਪਰ ਇਸ TCP IP ਦੇ ਸੈਸ਼ਨ ਨੂੰ ਜਿਹੜਾ ਅਸੀਂ ਕੈਰੀ ਔਨ ਕਰ ਰਹੇ ਹਾਂ, ਇਹਨੂੰ ਅੱਗੇ ਵਧਾਉਣ ਤੋਂ ਪਹਿਲਾਂ ਹੋਰ ਬੜੀ ਇੱਕ ਜਿਹੜੀ ਹੈ ਇੰਪੋਰਟੈਂਟ ਚੀਜ਼ ਜਿਹਨੂੰ ਮੈਂ ਪਹਿਲੇ ਚਰਚਾ ਕਰਨਾ ਚਾਹੁੰਦਾ ਜਿਹਦੇ ਬਾਰੇ 'ਚ, ਉਹਦਾ ਨਾਮ ਹੈ IP ਐਡਰੈਸ ਕਲਾਸੀਫਿਕੇਸ਼ਨ ਸਿਸਟਮ. IP ਐਡਰੈਸ ਕੀ ਹੁੰਦਾ ਆ, ਕਿੱਦਾਂ ਉਹਦੀਆਂ ਕਲਾਸੀਫਿਕੇਸ਼ਨਸ, ਕਿਹੜੀ ਉਹਦੀ ਕਲਾਸ ਹੁੰਦੀ ਹੈ. ਸਬਨੈਟ ਮਾਸਕ ਜੋ ਕਿ ਹਰ ਇੱਕ IP ਐਡਰੈਸ ਦੇ ਨਾਲ ਜੁਆਇੰਟ ਹੁੰਦਾ ਹੈ, ਇੱਕ ਤਰ੍ਹਾਂ ਦਾ ਜੁੜਿਆ ਹੁੰਦਾ ਹੈ. ਫਿਰ ਉਸ ਤੋਂ ਬਾਅਦ ਅਸੀਂ ਲਾਸਟ ਦੇ ਵਿੱਚ ਦੇਖਾਂਗੇ ਪਬਲਿਕ ਜਿਹੜੇ ਨੇ IP ਐਡਰੈਸ ਕਿਹੜੇ ਹੁੰਦੇ ਨੇ ਤੇ ਪ੍ਰਾਈਵੇਟ IP ਐਡਰੈਸ ਕਿਹੜੇ ਹੁੰਦੇ ਨੇ. ਪਬਲਿਕ ਕਲਾਸ ਕੀ ਹੈ, ਪ੍ਰਾਈਵੇਟ ਕਲਾਸ ਕੀ ਹੈ. ਠੀਕ ਹੈ, ਸੋ ਇਹਦੇ ਇੰਨੀ ਸਾਨੂੰ ਇਨਫੋਰਮੇਸ਼ਨ ਹੋਣ ਦੇ ਨਾਲ, ਇੰਨੀ ਨੌਲੇਜ ਹੋਣ ਤੋਂ ਬਾਅਦ ਅਸੀਂ ਮੂਵ ਔਨ ਚਰਚਾ ਕਰਾਂਗੇ ਜਿਹੜੀ ਆਪਣੀ ਸਕੈਚ ਦੇ ਉੱਤੇ. ਓਕੇ ਗਾਇਜ਼, ਸੋ what is an IP address? IP address ਜਿੱਦਾਂ ਮੈਂ ਪਹਿਲੇ ਅਰਲੀਅਰ ਚਰਚਾ ਕੀਤੀ ਹੈ ਕਿ ਹਰ ਇੱਕ ਡਿਵਾਈਸ ਨੂੰ MAC ਐਡਰੈਸ ਮਿਲਦਾ ਹੈ. ਐਸੇ ਤਰ੍ਹਾਂ ਕੋਈ ਵੀ ਡਿਵਾਈਸ ਅਗਰ ਕਿਸੇ ਨੈਟਵਰਕ ਦੇ ਨਾਲ, ਸਪੈਸ਼ਲੀ ਇੰਟਰਨੈਟ ਦੇ ਨਾਲ ਜੁੜਦਾ ਹੈ, ਕੋਈ ਵੀ ਕੰਪਿਊਟਰ, ਲੈਪਟਾਪ ਜਾਂ ਕੋਈ ਵੀ ਹੈਂਡ ਡਿਵਾਈਸ, ਉਸ ਨੂੰ ਇੱਕ IP ਐਡਰੈਸ ਡਿਫਾਈਨ ਕੀਤਾ ਜਾਂਦਾ ਹੈ ਰਾਊਟਰ ਵੱਲੋਂ, ਸਵਿਚ ਵੱਲੋਂ. ਰਾਊਟਰ ਦੇ ਅੰਦਰ ਇੱਕ ਸਵਿਚ ਵੀ ਹੁੰਦਾ ਹੈ ਜਿਹੜੇ ਦੋਨੇ ਕੰਬਾਈਨਡ ਹੋ ਕੇ ਕੰਮ ਕਰਦੇ ਨੇ. ਸੋ ਕੀ IP ਐਡਰੈਸ ਕੀ ਹੁੰਦਾ? IP ਐਡਰੈਸ ਹਮੇਸ਼ਾ ਤੁਹਾਨੂੰ, ਤੁਸੀਂ ਕਿਤੇ ਵੀ ਦੇਖੋਗੇ, ਤੁਹਾਨੂੰ ਹਮੇਸ਼ਾ 4 ਆਕਟੈਟਸ ਦੇ ਵਿੱਚ ਮਿਲਣਗੇ, 4 ਬਿੰਦੀਆਂ ਦੇ ਵਿੱਚ ਮਿਲਣਗੇ. ਸੋ ਡਾਟ ਫਲਾਣਾ ਫਲਾਣਾ ਡਾਟ ਟਿੰਗਰਾ ਟਿੰਗਰਾ ਡਾਟ ਟਿੰਗਰਾ ਟਿੰਗਰਾ ਡਾਟ ਟਿੰਗਰਾ. ਓਕੇ, ਸੋ ਫੋਰ ਐਗਜ਼ਾਮਪਲ ਤੁਸੀਂ ਇਹ ਇਮੇਜ ਦੇਖ ਸਕਦੇ ਹੋ 172.16.1.100. ਓਕੇ, 4 ਆਕਟੈਟਸ ਦੇ ਵਿੱਚ. ਈਚ ਆਕਟੈਟ ਕੈਨ ਹੋਲਡ ਮੈਕਸਿਮਮ ਆਫ 8 ਬਿਟਸ ਡੇਟਾ. ਓਕੇ,
ਹੁਣ ਆਪਾਂ ਬਿਟਸ ਐਂਡ ਬਾਈਟਸ ਦੇ ਬਾਰੇ 'ਚ ਵੀ ਅਰਲੀਅਰ ਲੇਟਰ ਔਨ ਥੋੜ੍ਹੀ ਜਿਹੀ ਗੱਲ ਕਰਾਂਗੇ ਨੈਕਸਟ ਐਪੀਸੋਡ ਨੈਕਸਟ ਸੈਸ਼ਨ ਦੇ ਵਿੱਚ। ਬਟ ਬਿਫੋਰ ਆਈ ਗੋ ਔਨ, ਈਚ ਬਿਟ ਦੇ ਵਿੱਚ 8 ਬਾਈਟਸ ਦੈਟ ਟੇਕਸ ਅਸ ਟੂ 256 ਕੈਰੈਕਟਰਸ। ਸੋ ਈਚ ਸਲॉट ਦੇ ਵਿੱਚ ਸਾਡੇ ਕੋਲ ਮੈਕਸਿਮਮ 256 ਕੈਰੈਕਟਰਸ ਹੁੰਦੇ, ਓਕੇ, ਵਿਚ ਲੀਡਸ ਅਸ ਬੈਕ ਰਿਜ਼ਲਟਿੰਗ ਈਚ ਜਿਹੜਾ ਉਹ ਆਕਟੈਟ ਹੈ ਉਹਦੇ ਵਿੱਚ ਮੈਕਸਿਮਮ 255 ਕੈਰੈਕਟਰਸ ਅਸੀਂ ਪਾ ਸਕਦੇ ਹਾਂ। ਸੋ ਅਗਰ ਮੈਂ ਉਹਦੇ ਵਿੱਚ ਕਰੈਕਟਰ ਪਾ ਦਿੱਤੇ ਆ ਉਹਦੇ ਉਸ ਤੋਂ ਬਾਅਦ ਓਕੇ, ਸੋ ਉਸ ਹੁਣ 255 ਜਿੱਦਾਂ ਸਾਡੇ ਆਈਪੀ ਦੀ ਸੀਰੀਜ਼ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਹੀ ਸਾਡੇ ਸਬਨੈਟ ਮਾਸਕ ਦੀ ਸੀਰੀਜ਼ ਚੱਲੇਗੀ 255.255.255.0। ਸਬਨੈਟ ਮਾਸਕ ਦੇ ਵਿੱਚ ਜਿੱਥੇ ਤੁਹਾਡੇ ਕੋਲ 0 ਹੈ ਉੱਥੇ ਤੁਹਾਡਾ ਹੋਸਟ ਅਟੈਚ ਹੁੰਦਾ, ਜਿੱਥੇ ਤੁਹਾਡੇ ਕੋਲ 0 ਨਹੀਂ ਹੈ ਉੱਥੇ ਤੁਹਾਡਾ ਹੋਸਟ ਅਟੈਚ ਨਹੀਂ ਹੋ ਸਕਦਾ, ਜਾਂ ਕਹਿ ਲਓ 0 ਨਾਲੋਂ ਘੱਟ, ਜਾਂ ਕਹਿ ਲਓ ਕਿ ਅਗਰ 255 ਨੈਕਸਟ ਫੋਰਥ ਦੇ ਵਿੱਚ ਵੀ 255 ਹੋਏਗਾ ਕੋਈ ਵੀ ਨਵਾਂ ਹੋਸਟ ਉਸ ਨੈਟਵਰਕ ਦੇ ਨਾਲ ਕਨੈਕਟ ਨਹੀਂ ਹੋ ਪਾਏਗਾ। ਓਕੇ, ਦੈਟਸ ਦੀ ਬਿਊਟੀ ਆਫ ਸਬਨੈਟ ਮਾਸਕ। ਸਬਨੈਟ ਮਾਸਕ ਨੂੰ ਅਸੀਂ ਲੇਟਰ ਹੋਰ ਇਲੈਬੋਰੇਟ ਕਰਾਂਗੇ ਐਡਵਾਂਸ ਲੈਵਲ ਦੇ ਵਿੱਚ। ਗੇਟਵੇ, ਹਰ ਇੱਕ ਆਈਪੀ ਐਡਰੈਸ ਦੇ ਨਾਲ ਇੱਕ ਗੇਟਵੇ ਵੀ ਡਿਫਾਈਨ ਹੁੰਦਾ ਹੈ। ਗੇਟਵੇ ਉਹ ਜਿਸ ਤਰ੍ਹਾਂ ਅਸੀਂ ਆਪਣੀ ਸਕੈਚ ਦੇ ਵਿੱਚ ਲਿੱਤਾ ਸੀਗਾ ਕਿ ਜਦੋਂ ਇੱਕ ਲੈਨ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਂਦਾ ਹੈ ਉਸ ਟਾਈਮ ਦੇ ਉੱਤੇ ਇੱਕ ਆਈਪੀ ਐਡਰੈਸ, ਉਹ ਸਟਾਰਟਅਪ ਦਾ ਆਈਪੀ ਐਡਰੈਸ ਉਹਨੂੰ ਡਿਫਾਈਨ ਕੀਤਾ ਜਾਂਦਾ, ਦੈਟ ਇਜ਼ ਕਾਲਡ ਅਵਰ ਗੇਟਵੇ ਐਡਰੈਸ। ਓਕੇ, ਸੋ ਮੂਵਿੰਗ ਔਨ ਫਰਦਰ, ਸਾਡੇ ਕੋਲ 3 ਤਰ੍ਹਾਂ ਦੀਆਂ ਕਲਾਸਾਂ, ਕਲਾਸ A, ਕਲਾਸ B, ਕਲਾਸ C, ਆਈਪੀ ਐਡਰੈਸ ਦੀਆਂ 3 ਕਲਾਸਿਸ। ਫਰਸਟ ਕਲਾਸ A ਡਿਫਾਈਨ ਹੁੰਦੀ ਹੈ ਜਿਹਦਾ ਪਹਿਲਾ ਆਕਟੈਟ, ਪਹਿਲਾ ਜਿਹੜਾ ਨੰਬਰ ਆ ਉਹ 1 ਤੋਂ ਲੈ ਕੇ 26 ਤੱਕ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ। ਇਹ ਉਹ ਕਲਾਸ ਹੈ ਜਿਹਦੇ ਵਿੱਚ ਤੁਹਾਡਾ ਸਬਨੈਟ ਮਾਸਕ 255 ਤੋਂ ਸ਼ੁਰੂ ਹੁੰਦਾ ਹੈ, ਬਾਕੀ ਸਾਰੇ ਤਿੰਨੇ ਵਾਲੇ ਹੋਸਟ ਜਿਹੜੇ ਨੇ ਖਾਲੀ, ਤਿੰਨੇ ਵਾਲੀ ਸਲॉट्स ਜਿਹੜੀਆਂ ਖਾਲੀ ਹੈ। ਮਤਲਬ ਕਿ ਚਲੋ ਮੈਂ ਨੈਕਸਟ ਤੇ ਐਲੈਬੋਰੇਟ ਕਰਦਾ। ਕਲਾਸ B ਹੈ ਜਿਹਦੇ ਵਿੱਚ ਰੇਂਜ 128 to 129 ਸੌਰੀ 191। ਓਕੇ, ਨੈਕਸਟ ਹੈ ਜੀ ਸਾਡੀ ਕਲਾਸ B। ਕਲਾਸ B ਦੇ ਵਿੱਚ ਹੈ ਰੇਂਜ 128 to 191। 127 ਜਿਹੜਾ ਆ ਉਹ ਜਿੱਦਾਂ ਕਿ ਮੈਂ ਅਰਲੀਅਰ ਉੱਪਰ ਦੇਖੋ ਅਬਾਊਟ ਡਿਫਾਈਨ ਕੀਤਾ ਹੋਇਆ 127 168। ਇਹ ਪ੍ਰੀ ਡਿਫਾਈਨਡ ਜਾਂ ਕੁਝ ਰਿਜ਼ਰਵ ਆਈਪੀ ਐਡਰੈਸਿੰਗ ਦੀ ਰੇਂਜ ਹੈ ਜਿਹੜੇ ਕੰਪਿਊਟਿੰਗ ਦੀ ਨੈਟਵਰਕਿੰਗ ਦੀ ਦੇ ਵਿੱਚ ਸਾਨੂੰ ਯੂਟਿਲਾਈਜ਼ ਕੀਤੇ ਜਾਂਦੇ ਆ। ਸੋ ਦ ਥਰਡ ਵਨ ਇਜ਼ ਕਲਾਸ C। ਕਲਾਸ C ਦੇ ਵਿੱਚ ਤੁਸੀਂ ਦੇਖਿਆ 255 255 255.0। ਸੋ ਕਲਾਸ C ਦੀ ਰੇਂਜ ਜਿਹੜੀ ਆ ਉਹ 126 ਤੋਂ ਲੈ ਕੇ 223 ਤੱਕ ਹੈ ਕਲਾਸ C। ਹੁਣ ਅੱਛਾ, ਅਸੀਂ ਕਹਿੰਦੇ ਹਾਂ ਕਿ ਸਾਨੂੰ ਇਹਨਾਂ ਨੂੰ ਕਲਾਸਾਂ ਦੇ ਵਿੱਚ ਬ੍ਰਾਂਚ ਆਊਟ ਕਰਨ ਦੀ ਕਿਉਂ ਜ਼ਰੂਰਤ ਪਈ, ਠੀਕ ਹੈ। ਅਰਲੀਅਰ ਮੈਂ ਡਿਫਾਈਨ ਕੀਤਾ ਸੀਗਾ, ਮੈਂ ਗੱਲ ਕਰ ਰਿਹਾ ਸੀ ਸੇਮ ਚੈਪਟਰ 'ਤੇ ਹਾਲੇ, ਕਿ ਜਦੋਂ ਵੀ ਅਸੀਂ ਕਿਸੇ ਵੀ ਸਰਵਿਸ ਪ੍ਰੋਵਾਈਡਰ ਤੋਂ ਇੰਟਰਨੈਟ ਸਰਵਿਸ ਲੈਂਦੇ ਹਾਂ ਸਾਨੂੰ ਇੱਕ ਆਈਪੀ ਐਡਰੈਸ ਡਿਫਾਈਨ ਕੀਤਾ ਜਾਂਦਾ, ਚਾਹੇ ਉਹ ਆਈਪੀ ਐਡਰੈਸ 20 ਬੰਦਿਆਂ ਨਾਲ ਸ਼ੇਅਰਡ ਕੀਤਾ ਹੋਵੇ ਜਾਂ 100 ਨਾਲ, ਪਰ ਇੱਕ ਆਈਪੀ ਐਡਰੈਸ ਡਿਫਾਈਨ ਕੀਤਾ ਜਾਂਦਾ ਜਿਹਦੇ ਨਾਲ ਅਸੀਂ ਇੰਟਰਨੈਟ ਨਾਲ ਕਨੈਕਟ ਹੁੰਦੇ ਹਾਂ। ਫਿਰ ਅਸੀਂ ਆਪਣਾ ਲੋਕਲ ਏਰੀਆ ਨੈਟਵਰਕ ਜਿਹੜਾ ਕ੍ਰੀਏਟ ਕਰਦੇ ਹਾਂ, ਠੀਕ ਹੈ। ਸੋ ਮੰਨ ਲਓ ਇੱਕ ਮਿਸਾਲ ਤੌਰ 'ਤੇ ਸੋਚੋ ਕਿ ਤੁਸੀਂ ਇੱਕ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੋ। ਜੇਕਰ ਤੁਸੀਂ ਸਰਵਿਸ ਪ੍ਰੋਵਾਈਡਰ ਬਣ ਜਾਂਦੇ ਹੋ, ਬੰਦਾ ਕਹਿੰਦਾ ਜੀ ਕਿਉਂ ਮੈਨੂੰ ਸਾਨੂੰ ਕਲਾਸ ਆਈਪੀ ਐਡਰੈਸਿਸ ਨੂੰ ਕਲਾਸਿਸ ਦੇ ਵਿੱਚ ਡਿਫਾਈਨ ਕਰਨ ਦੀ ਕਿਉਂ ਜ਼ਰੂਰਤ ਪਈ, ਓਕੇ। ਸੋ ਮਿਸਾਲ ਤੌਰ 'ਤੇ ਮੰਨ ਲਓ ਕਿ ਮੈਂ ਇੱਕ ਸਰਵਿਸ ਪ੍ਰੋਵਾਈਡਰ ਬਣਨਾ ਚਾਹੁੰਦਾ, ਠੀਕ ਹੈ। ਸੋ ਮੈਂ ਬੈਠ ਕੇ ਅੰਦਾਜ਼ਾ ਲਗਾਇਆ ਕਿ ਚਲੋ ਜੀ ਠੀਕ ਹੈ, ਮੇਰੇ ਏਰੀਆ ਦੇ ਵਿੱਚ ਮੈਂ ਘੱਟੋ ਘੱਟ 100 ਕਸਟਮਰ ਆਪਣਾ ਬਣਾਉਣਾ ਆ, ਓਕੇ। ਦੈਟ ਮੀਨਸ ਉਹ ਸਾਰੇ ਹੀ ਈਚ ਕਸਟਮਰ 100 ਕਸਟਮਰ ਨੂੰ ਆਈਪੀ ਐਡਰੈਸ ਜਿਹੜਾ ਚਾਹੀਦਾ ਹੋਏਗਾ ਬਾਹਰ ਜਾਣ ਵਾਸਤੇ, ਰਾਈਟ। ਸੋ ਮੈਨੂੰ ਪਹਿਲੇ ਘਰ ਬੈਠ ਕੇ ਮੇਰੇ ਆਫਿਸ 'ਚ ਬੈਠ ਕੇ ਮੈਨੂੰ ਅਰੇਂਜ ਕਰਨਾ ਪਏਗਾ ਕਿ ਕਿਹੜੇ ਕਲਾਸ ਦਾ ਆਈਪੀ ਐਡਰੈਸ ਜਿਹੜਾ ਮੈਨੂੰ ਲੈਣਾ ਪਏਗਾ ਜਿਹਦੇ ਵਿੱਚ ਮੈਂ ਉਹਨੇ ਹੋਸਟ ਐਡ ਕਰ ਸਕਾਂ, ਓਕੇ। ਲੇਟਰ ਔਨ ਐਜ਼ ਆਈ ਸੈਡ ਅਰਲੀਅਰ ਅਸੀਂ ਇਹਨਾਂ ਚੀਜ਼ਾਂ ਨੂੰ ਹੋਰ ਡਿਫਾਈਨ ਕਰਦਾ ਜਾਵਾਂਗੇ, ਓਕੇ। ਪਰ ਫਿਲਹਾਲ ਦੇ ਟਾਈਮ ਇਹਨੂੰ ਸਮਝਣਾ ਜ਼ਰੂਰੀ ਸੀਗਾ ਕਿ ਇੱਕ ਈਚ ਆਈਪੀ ਐਡਰੈਸ ਹੈਵ ਸਬਨੈਟ ਮਾਸਕ ਅਟੈਚ ਵਿਦ ਇਟ। ਕਲਾਸਿਸ A, ਕਲਾਸ B, ਕਲਾਸ C, ਡਿਫਰੈਂਟ ਟਾਈਪ ਦੇ ਕਲਾਸਿਸ ਹੁੰਦੀਆਂ, ਓਕੇ ਗਾਇਜ਼। So let's move on back our sketch and keep our discussion going. ਅਸੀਂ ਹੁਣ ਆਪਣੀ ਜਿਹੜੀ ਹੈ ਡਿਸਕਸ਼ਨ ਬੈਕ ਆਪਣੇ ਸਕੈਚ 'ਤੇ ਲੈ ਕੇ ਆਵਾਂਗੇ। TCP IP ਦੀ ਕਨਵਰਸੇਸ਼ਨ ਜਿਹੜੀ ਆ ਉਹ ਕਿੱਦਾਂ ਹੁੰਦੀ ਹੈ ਚਰਚਾ ਕੰਟੀਨਿਊਸ ਕਰਾਂਗੇ। ਦੇਖੋ ਤੁਸੀਂ ਇੱਥੇ ਸਕੈਚ ਦੇ ਵਿੱਚ ਦੇਖ ਸਕਦੇ ਹੋ ਕਿ ਮੈਂ 2 ਹੋਸਟ ਲਿੱਤੇ ਆ। ਇੱਕ ਹੋਸਟ ਹੈ 100 ਵਾਲਾ, ਇੱਕ ਹੋਸਟ 108 ਵਾਲਾ ਕੰਪਿਊਟਰ ਜਿਹਨੂੰ ਅਸੀਂ ਸਰਵਰ ਕਹਿੰਦੇ ਆ, ਸਰਵਰ ਕਹਿ ਰਹੇ ਹਾਂ। ਦੂਜੀ ਸਾਈਡ 'ਤੇ ਅਸੀਂ ਇੰਡੀਆ ਵਾਲੀ ਸਾਈਡ 'ਤੇ ਵੀ ਇੱਦਾਂ ਹੀ ਕੀਤਾ। ਇੱਕ ਅਸੀਂ ਕੰਪਿਊਟਰ 100 ਤੇ ਲੈ ਲਿਆ, ਇੱਕ ਕੰਪਿਊਟਰ ਅਸੀਂ 108 ਤੇ ਲੈ ਲਿਆ, ਓਕੇ। ਸੋ ਨਾਓ
ਦੇਖੋ ਨੈਟਵਰਕਿੰਗ ਵਰਲਡ ਦੇ ਵਿੱਚ ਜਿਹੜਾ ਨੈਟਵਰਕਿੰਗ ਦੀ ਦੁਨੀਆ ਦੇ ਵਿੱਚ ਕਿੱਦਾਂ ਇੱਕ ਪੈਕੇਟ ਹੈ ਜਿਹੜਾ ਇੱਕ ਡਾਟਾ ਦਾ ਪੈਕੇਟ ਹੈ, ਤੁਸੀਂ ਇੱਕ ਪਿੰਗ ਕਰਦੇ ਹੋ, ਇੱਕ ਕਾਪੀ ਕਰਦੇ ਹੋ ਕੋਈ ਫਾਈਲ ਜਿਹੜੀ ਹੈ। ਦੇਖੋ ਦੋ ਚੀਜ਼ਾਂ ਚੱਲ ਰਹੀਆਂ ਹੁਣ ਇੱਥੇ, ਬੜੀ ਮਜ਼ੇ ਵਾਲੀ ਕਨਵਰਸੇਸ਼ਨ ਆਏਗੀ। ਮੈਂ ਇੱਕ ਕੰਪਿਊਟਰ ਤੇ ਬੈਠਾ ਜਿਹਦਾ ਆਈਪੀ ਐਡਰੈਸ ਹੈ 10.1.100, ਸੇਮ ਲੋਕਲ ਇਨਵਾਇਰਨਮੈਂਟ ਦੇ ਨਾਲ ਦੂਸਰਾ ਸਰਵਰ ਜਾਂ ਦੂਸਰਾ ਕੰਪਿਊਟਰ ਨੈਟਵਰਕ ਦੇ ਨਾਲ ਕਨੈਕਟ ਹੈ, ਉਹਦਾ ਆਈਪੀ ਐਡਰੈਸ ਹੈ 10.1.108। ਓਕੇ, ਸੋ ਕੰਪਿਊਟਰ ਜਾ ਕੇ ਦੇਖਦਾ ਹੈ ਕਿ ਬੈਕ ਇਹਨਾਂ ਦਾ ਜਿਹੜਾ ਇਹਨਾਂ ਦਾ ਸਬਨੈਟ ਮਾਸਕ ਆ, ਉਹ ਦੋਨਾਂ ਦਾ ਸਬਨੈਟ ਮਾਸਕ ਸੇਮ ਹੈ 255.255.255.100। 100 ਦੇ ਵਿੱਚ .100 ਮੀਨਸ ਐਕਸ, ਉਹਦੇ ਵਿੱਚੋਂ 0 ਵਾਲੀ ਸਾਈਡ ਤੋਂ ਉਹਨੂੰ ਹੋਸਟ ਦਾ ਜਿਹੜਾ ਆਈਪੀ ਐਡਰੈਸ ਮਿਲ ਗਿਆ 108। ਓਕੇ, ਹੁਣ ਜਦੋਂ ਇੱਥੋਂ 100 ਤੋਂ ਇੱਕ ਕੰਪਿਊਟਰ ਪਿੰਗ ਕਰਦਾ ਹੈ ਕਿ ਹੇ ਹੈਲੋ ਆਈ ਵਾਂਟ ਟੂ ਟਾਕ ਟੂ ਯੂ, ਉਹ ਪਹਿਲੇ ਸਵਿਚ ਤੇ ਜਾਂਦਾ ਹੈ। ਸਵਿਚ ਜਿਹੜਾ ਉਹਨੂੰ ਰਾਊਟ ਕਰਦਾ ਕਿ ਹਾਂ ਬਈ ਤੂੰ ਇਹ 10 ਤੁਸੀਂ ਜਿਹੜਾ 108 ਨੂੰ ਕਾਪੀ ਕਰ ਰਹੇ ਹੋ, ਸਾਡੇ ਹੀ ਨੈਟਵਰਕ ਦੇ ਨਾਲ ਕਨੈਕਟ ਹੈ, ਇਜ਼ ਹੇਅਰ। ਦੂਸਰੀ ਸਾਈਡ ਤੇ ਤੁਸੀਂ ਇਹ 100 ਵਾਲੇ ਤੋਂ ਇੱਕ ਕਾਪੀ ਕਰਦੇ ਹੋ ਜਾਂ ਇੱਕ ਫਾਈਲ ਨੂੰ ਤੁਸੀਂ ਇੱਥੋਂ ਕਾਪੀ ਕਰ ਰਹੇ ਹੋ, ਥਰੋ ਕਰ ਰਹੇ ਹੋ ਦੂਸਰੀ ਸਾਈਡ ਤੇ, ਇੰਡੀਆ ਵਾਲੀ ਸਾਈਡ ਤੇ ਜਿਹੜਾ ਕਨੈਕਟਡ ਹੈ 172.16.100 ਦੇ ਨਾਲ। ਓਕੇ, ਸੋ ਨਾਓ ਉਹ ਵੀ ਸੇਮ ਦੇਖੋ, ਉਹਦਾ ਵੀ ਸਬਨੈਟ ਮਾਸਕ 255.255.255.0 ਹੈ। ਹਾਂਜੀ, ਇਹਦਾ ਵੀ ਉਹੀ ਹੈ, ਲੇਕਿਨ ਕਿੱਦਾਂ ਉਹ ਇੱਥੋਂ ਜਿਹੜਾ ਆ ਉਹ ਕਾਪੀ ਜਿਹੜੀ ਆ ਉਹ ਪੇਸਟ ਕਰ ਰਿਹਾ, ਉੱਥੇ ਤੱਕ ਰੀਚ ਕਰ ਰਿਹਾ। ਸਿਨੈਰੀਓ ਨੂੰ ਜਾਂ TCP IP ਦੇ ਕਨਸੈਪਟ ਨੂੰ ਸਮਝਣ ਵਾਸਤੇ ਮੈਂ ਆਪਣੇ ਸਕੈਚ ਨੂੰ ਥੋੜਾ ਹੋਰ ਮੋਡੀਫਾਈ ਕੀਤਾ ਐਂਡ ਅਤੇ ਮੈਂ ਨਾਲ ਵੀ ਡਿਸਾਈਡ ਕੀਤਾ ਕਿ ਮੈਂ ਹੁਣ ਇੰਡੀਆ ਵਾਲੀ ਸਾਈਡ ਤੇ ਆਪਣਾ ਹੋਸਟ ਜਿਹੜਾ ਉਹ ਕੰਸੀਡਰ ਕਰਾਂਗਾ। ਮਤਲਬ ਕਿ ਜਿਹੜਾ ਮੇਰਾ ਕੰਪਿਊਟਰ ਹੈ ਉਹ ਇੰਡੀਆ ਵਾਲੀ ਸਾਈਡ ਤੇ, ਰੈਡ ਨੈਟਵਰਕ ਵਾਲੀ ਸਾਈਡ ਤੇ ਹੋਵੇਗਾ। ਓਕੇ, ਸੋ ਅਸੀਂ ਹੁਣ ਰੀਅਲ ਟਾਈਮ ਸਿਨੈਰੀਓਜ਼ ਲੈ ਰਹੇ ਹਾਂ। ਹੁਣ ਮੈਂ ਇੰਡੀਆ ਦੇ ਇੱਕ ਨੈਟਵਰਕ ਨਾਲ ਜੁੜ ਕੇ ਬੈਠਾ ਐਂਡ ਔਨ ਵਨ ਸਾਈਡ ਕੈਨੇਡਾ ਦੇ ਨੈਟਵਰਕ ਦੇ ਨਾਲ ਇੱਕ ਸਰਵਰ ਹੈ, ਇੱਕ ਕੰਪਿਊਟਰ ਹੈ। ਓਕੇ, ਸੋ ਪਹਿਲੀ ਗੱਲ ਮੈਂ ਆਪਣਾ ਆਈਪੀ ਐਡਰੈਸ ਦੇਖਣਾ ਚਾਹਾਂਗਾ, ਮੈਂ ਆਪਣਾ ਮੈਕ ਐਡਰੈਸ ਦੇਖਣਾ ਚਾਹਾਂਗਾ, ਮੈਂ ਦੇਖਣਾ ਚਾਹਾਂਗਾ ਮੈਂ ਕਿਹੜੀ ਲੈਨ ਦੇ ਨਾਲ ਕਨੈਕਟਡ ਹਾਂ, ਮੈਂ ਦੇਖਣਾ ਚਾਹਾਂਗਾ ਮੇਰਾ ਪਬਲਿਕ ਆਈਪੀ ਐਡਰੈਸ ਕੀ ਹੈ। ਓਕੇ, ਪਬਲਿਕ ਆਈਪੀ ਐਡਰੈਸ। ਐਂਡ ਅਗਰ ਮੈਂ ਕੈਨੇਡਾ ਦੇ ਕਿਸੇ ਹੋਸਟ ਨੂੰ, ਕੈਨੇਡਾ ਦੇ ਕਿਸੇ ਕੰਪਿਊਟਰ ਨੂੰ ਜਾਂ ਸਰਵਰ ਨੂੰ ਪਿੰਗ ਕਰਨੀ ਚਾਹਨਾ, ਕੋਈ ਟਾਕ ਕਰਨੀ ਚਾਹਨਾ, ਕੋਈ ਫਾਈਲ ਉੱਥੇ ਅਪਲੋਡ ਜਾਂ ਡਾਊਨਲੋਡ ਕਰਨੀ ਚਾਹਨਾ, ਮੈਨੂੰ ਉਹਦਾ ਵੀ ਪਬਲਿਕ ਆਈਪੀ ਐਡਰੈਸ ਚਾਹੀਦਾ ਹੋਏਗਾ। ਓਕੇ, ਕੀਪ ਦੈਟ ਇਨ ਮਾਈਂਡ। ਬਟ ਨਾਓ ਹੁਣ ਅਸੀਂ ਦੇਖਦੇ ਹਾਂ ਆਪਣੇ ਲੋਕਲ ਨੈਟਵਰਕ ਤੋਂ ਕਿੱਦਾਂ ਦੂਸਰੇ ਨੈਟਵਰਕ ਤੇ ਟਾਕ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਮੈਂ ਇੱਥੇ ਬੈਠਾ ਹਾਂ ਜੀ, ਇਹ ਮੇਰਾ ਕੰਪਿਊਟਰ ਹੈ 172.168.1.100। ਓਕੇ, ਮੈਂ ਜਿੱਦਾਂ ਹੀ ਨਾਓ ਆਈ ਵਾਂਟ ਟੂ ਟਾਕ ਟੂ ਅਨਦਰ ਕੰਪਿਊਟਰ ਔਰ ਸਰਵਰ ਜਿਹੜਾ ਕਿ ਮੇਰੇ ਸੇਮ ਨੈਟਵਰਕ ਤੇ ਅਵੇਲੇਬਲ। ਓਕੇ, that will be 172.16.1.108. okay, so let us see. The first goal is catch my IP address, my default gateway, my public IP address and the server address ਜਿਹੜੇ ਸਰਵਰ ਨਾਲ ਅਸੀਂ ਜੁੜੇ ਹਾਂ। Okay, so let's keep going. I open up my command prompt, Windows ਤੇ ਜਾ ਕੇ Windows I go ipconfig. Okay, ipconfig. Guys, I'm pretty sure you're smart enough to find out how the command runs. Guys, ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ Microsoft ਦੀ command prompt ਚਲਾਣੀ ਆਉਂਦੀ ਹੈ। Microsoft ਦੀ command prompt ਖੋਲਣ ਵਾਸਤੇ ਤੁਸੀਂ Windows ਵਾਲਾ ਬਟਨ ਕੀਬੋਰਡ ਤੇ ਦਬਾਓ ਐਂਡ ਸਰਚ ਬਟਨ ਦੇ ਵਿੱਚ CMD ਲਿਖੋ। ਓਕੇ, ਕਮਾਂਡ ਪ੍ਰੌਂਪਟ ਦੇ ਵਿੱਚ CMD ਲਿਖੋ ਔਰ ਇੱਕ ਕਾਲਾ ਬਾਕਸ ਖੁੱਲ ਜਾਏਗਾ ਜਿੱਦਾਂ ਤੁਸੀਂ ਦੇਖ ਰਹੇ ਹੋ। ਓਕੇ, ਔਰ ਇਹਦੇ ਵਿੱਚ ਮੈਂ ਆਪਣੀ ਕਮਾਂਡ ਪ੍ਰੌਂਪਟ ਦੇ ਵਿੱਚ ਮੋਸਟਲੀ ਬੇਸਿਕਲੀ ਵਿੰਡੋਜ਼ ਦੇ ਬੈਕ
ਐਂਡ ਤੇ ਕਮਾਂਡ ਪ੍ਰੌਂਪਟ ਹੀ ਚਲਦੀਆਂ। ਕੋਈ ਵੀ ਅਸੀਂ ਕੰਮ ਕਰਦੇ ਆ ਉਹਦੀ ਇੱਕ ਬੇਸਿਕ ਕਮਾਂਡ ਬਣਦੀ ਹੈ ਜੋ ਕੰਪਿਊਟਰ ਨੂੰ ਰਨ ਕਰਦੀ ਹੈ। ਓਕੇ, ਸੋ ਹੇਅਰ ਮੈਂ ਆਪਣਾ ਆਈਪੀ ਦੇਖਣ ਵਾਸਤੇ, ਮੇਰੇ ਕੰਪਿਊਟਰ ਦਾ ਆਈਪੀ ਦੇਖਣ ਵਾਸਤੇ ਮੈਂ ਇੱਕ ਕਮਾਂਡ ਸ਼ੂਟ ਕਰਦਾ ipconfig। ਓਕੇ, ਉਹ ipconfig ਦੇ ਨਾਲ ਮੈਨੂੰ ਦੱਸਦਾ ਮੇਰਾ ਕੰਪਿਊਟਰ ਈਥਰਨੈਟ ਕਨੈਕਟਰ ਦੇ ਨਾਲ ਕਨੈਕਟਡ ਆ, ਮਤਲਬ ਕਿ ਜਿਹੜੀ ਤਾਰ ਹੈ, ਤਾਰ ਵਾਲੇ ਨੈਟਵਰਕ ਦੇ ਨਾਲ ਕਨੈਕਟਡ ਆ। ਅਗਰ ਵਾਈਫਾਈ ਨਾਲ ਕਨੈਕਟਡ ਹੁੰਦਾ ਉਹਨੇ ਮੈਨੂੰ ਦੱਸਣਾ ਸੀਗਾ ਕਿ ਵਾਈਫਾਈ ਦੇ ਨਾਲ ਕਨੈਕਟਡ ਆ, ਬਟ ਫਿਲਹਾਲ ਅਸੀਂ ਲੋਕਲ ਨੈਟਵਰਕ ਦੇ ਨਾਲ ਕਨੈਕਟਡ ਆ। और मेरा IP4 एड्रेस इसी है, IP4 एड्रेस एंड हियर इज द सबनेट मास्क है जेड़ा सबनेट मास्क में पहले गल कर रहे सी, और नाल ही डिफॉल्ट गेटवे सी you see that yeah? Now next thing I want to see what is my MAC address। ਅਸੀਂ earlier ਗੱਲ ਕੀਤੀ ਸੀ ਕਿ MAC address ਜਿਹੜਾ ਜ਼ਰੂਰੀ ਪਤਾ ਹੋਣਾ ਚਾਹੀਦਾ ਕੰਪਿਊਟਰਸ ਨੂੰ, ਨਾਟ ਸਾਨੂੰ। ਕੰਪਿਊਟਰਸ ਦੀ ਲੈਂਗੁਏਜ ਦੇ ਵਿੱਚ ਹੁਣ ਇੱਕ ਨੈਟਵਰਕ ਦੀ ਲੈਂਗੁਏਜ ਦੇ ਵਿੱਚ ਉਹ ਇੱਕ ਦੂਸਰੇ ਨਾਲ ਟਾਕ ਕਰਨੀ, ਉਹਨਾਂ ਨੇ ਕਿੱਦਾਂ ਟਾਕ ਕਰਨਗੇ। ਓਕੇ, ਸੋ my MAC address will be, ਉਹਨੂੰ ਰੀਡ ਕਰਨ ਵਾਸਤੇ ਅਸੀਂ ਕਵਾਂਗੇ ipconfig/all ਐਂਡ ਇੱਥੇ ਸਾਨੂੰ ਮਿਲ ਜਾਏਗਾ ਫਿਜ਼ੀਕਲ ਐਡਰੈਸ। ਇਹ ਵਾਇਰਲੈਸ ਦਾ ਔਰ ਇਹ ਫਿਜ਼ੀਕਲ ਐਡਰੈਸ ਤੁਹਾਡਾ ਈਥਰਨੈਟ ਦਾ ਸੀ। ਈਥਰਨੈਟ ਫਿਜ਼ੀਕਲ ਐਡਰੈਸ ਆ ਤੁਹਾਡਾ ਫਿਜ਼ੀਕਲ ਮੈਕ ਐਡਰੈਸ ਹੋ ਜਾਏਗਾ। ਓਕੇ, 94C6 ਕੀਪ ਇਨ ਮਾਈਂਡ ਨਾਓ। ਅੱਛਾ ਜੀ, ਦੂਸਰੀ ਗੱਲ, ਹੁਣ ਇਸ ਨੈਟਵਰਕ ਤੇ, ਮੇਰੇ ਲੋਕਲ ਨੈਟਵਰਕ ਤੇ 172.1.6 ਮੇਰੇ ਇੰਡੀਅਨ ਨੈਟਵਰਕ ਤੇ, ਰੈਡ ਨੈਟਵਰਕ ਤੇ ਇੱਕ ਸਰਵਰ ਲੱਗਾ ਹੋਇਆ ਜੋ ਆਪਾਂ ਪਹਿਲੇ ਗੱਲ ਕੀਤੀ ਹੈ 172.16.101 ਤੇ ਲੱਗਾ, ਜਿਹਦਾ ਤੁਸੀਂ ਰਾਈਟ ਸਾਈਡ ਤੇ ਦੇਖ ਸਕਦੇ ਹੋ। ਨਾਓ ਆਈ ਗੋ IP ਐਸੇ ਪਿੰਗ ਇਜ਼ ਅ ਸਿੰਪਲ ਕਮਾਂਡ ਟੂ ਹਨਾ ਇੱਕ ਦੂਜੇ ਨਾਲ ਟਾਕ ਕਰਨ ਵਾਸਤੇ, ਉਹਨੂੰ ਚੈੱਕ ਕਰਨ ਵਾਸਤੇ। 172.16.1.108 and it is successfully talking. See, say packet sent for, received for, no packet lost। guys a बड़ी काम दी कमांड है, ਤੁਹਾਨੂੰ ਹਮੇਸ਼ਾ ਆਮਦੀ ਰਹੇਗੀ ਨੈਟਵਰਕਿੰਗ ਵਿੱਚ। ਪੈਕੇਟਸ ਸੈਂਟ, 4 ਪੈਕੇਟ ਮੈਂ ਸੈਂਡ ਕੀਤੇ, ਇੱਕ ਡਾਕੂਮੈਂਟ ਦੇ ਵਿੱਚ 4 ਪੈਕੇਟ ਸੀਗੇ ਜਾਂ ਇੱਕ ਡਾਕੂਮੈਂਟ ਦੇ ਵਿੱਚ ਇੱਕੋ ਪੈਕੇਟ ਸੀਗਾ। ਕੰਸੀਡਰ ਜਿੱਡਾ ਵੱਡਾ ਡਾਕੂਮੈਂਟ ਹੁੰਦਾ ਉਹਨੇ ਵੱਡੇ ਪੈਕੇਟ ਬਣਦੇ ਜਾਂਦੇ ਆ। ਐਂਡ 0% ਲਾਸ ਮੀਨਸ ਮੈਂ ਸਰਵਰ ਨਾਲ ਕਨੈਕਟੀਵਿਟੀ ਕਰ ਰਿਹਾ। ਠੀਕ ਹੈ, ਓਕੇ। ਨੈਕਸਟ ਹੁਣ ਆਪਾਂ ਦੇਖਣਾ ਚਾਹੁੰਦੇ ਹਾਂ ਕਿ ਸਾਡਾ IP ਐਡਰੈਸ ਕੀ ਹੈ। What is my IP address? Excuse guys. What is my IP? Okay, address. If I go to Google and punch in what is my IP address, it's gonna give me public IP address. Okay, so this is my public IP address, the one I used here. Okay. You can ping my server if you like to. Okay, so this is my public IP address, this is my LAN। ਅਸੀਂ LAN ਕ੍ਰੀਏਟ ਕਰਦੇ ਹਾਂ, ਜਿਹੜਾ ਸਾਡਾ ਸਵਿਚ ਹੈ ਜਾਂ ਰਾਊਟਰ ਹੈ, ਰਾਊਟਰ ਦੇ ਅੰਦਰ ਸਵਿਚ ਲੱਗਾ, ਉਹ ਸਵਿਚ ਇੱਕ ਸਾਨੂੰ LAN ਦਾ এনवायरमेंट ਦੇ ਰਿਹਾ, ਲੋਕਲ ਏਰੀਆ ਨੈਟਵਰਕ ਦਾ এনवायरमेंट ਦੇ ਰਿਹਾ। ਓਕੇ, which starts ਜਿਹਦਾ ਡਿਫਾਲਟ ਗੇਟਵੇ 172.168.1.1 ਔਰ ਉਹਦੇ ਨਾਲ ਜਿੰਨੇ ਵੀ ਕੰਪਿਊਟਰ ਹੁਣ ਜੁੜਦੇ ਜਾਣਗੇ ਉਹਨਾਂ ਦੀ ਰੇਂਜ ਦੇ ਦਿੱਤੀ ਅਸੀਂ, ਉਹ ਜਿਹੜਾ ਵੀ ਕੰਪਿਊਟਰ ਜੁੜਦਾ ਜਾਏਗਾ ਉਹਨਾਂ ਨੂੰ ਉਹ ਫਰਦਰ ਰੇਂਜ ਦੇ ਵਿੱਚ, ਲਾਸਟ ਵਾਲੀ ਰੇਂਜ ਦੇ ਵਿੱਚ, ਕਿਉਂਕਿ ਅਸੀਂ ਡਿਫਾਈਨ ਕੀਤਾ ਹੈ ਸਬਨੈਟ ਮਾਸਕ ਆਲਰੇਡੀ 255.255.255.0। ਸੋ ਜਿਹੜਾ ਵੀ ਹੋਸਟ ਨਾਲ ਕਨੈਕਟ ਹੁੰਦਾ ਜਾਏਗਾ ਉਹਦਾ ਲਾਸਟ ਵਾਲਾ ਜਿਹੜਾ IP ਐਡਰੈਸ ਹੈ ਉਹਨੂੰ ਨਵਾਂ ਮਿਲਦਾ ਜਾਏਗਾ। ਇਸੇ ਤਰ੍ਹਾਂ ਹੀ ਜਿੱਦਾਂ ਮੈਂ ਕਨੈਕਟ ਹੋਇਆ ਮੇਰਾ 100 ਸੀਗਾ, ਦੂਸਰਾ ਕਨੈਕਟ ਹੋਇਆ ਉਹਨੂੰ 108 ਮਿਲ ਗਿਆ and they can successfully talk to each other। ਉਹ ਦੋਨੇ ਇੱਕ ਦੂਜੇ ਨਾਲ ਟਾਕ ਕਰ ਸਕਦੇ ਆ ਕੰਪਿਊਟਰ ਲੋਕਲ ਨੈਟਵਰਕ ਤੇ, ਬਿਨਾਂ ਕਿਸੇ ਇੰਟਰਨੈਟ ਤੋਂ, ਬਿਨਾਂ ਬਾਹਰ ਗਿਆ, ਬਿਨਾਂ ਆਪਣਾ ਨੈਟਵਰਕ ਛੱਡਿਆ। ਓਕੇ, ਸੋ ਜਦੋਂ ਸਭ ਤੋਂ ਪਹਿਲੇ ਮੈਂ ਓਕੇ, ਸੋ ਹੇਅਰ ਹੁਣ ਮੈਂ ਇੱਕ ਫਾਈਲ ਕਾਪੀ ਕਰਨ ਜਾ ਰਿਹਾ, ਫਾਈਲ ਕਾਪੀ ਕਰਕੇ ਮੈਂ ਸਰਵਰ ਤੇ ਥਰੋ ਕਰ ਰਿਹਾ ਲੋਕਲੀ ਐਸੇ ARP। ਓਕੇ, ਸੋ ਹੁਣ ਅਸੀਂ ਇੱਕ ਐਗਜ਼ਾਮਪਲ ਲੈ ਰਹੇ ਹਾਂ ਕਿ ਮੈਂ ਆਪਣੇ ਲੋਕਲ ਨੈਟਵਰਕ ਤੇ ਇੱਕ ਕਾਪੀ ਕਰ ਰਿਹਾ ਡਾਕੂਮੈਂਟ।
मैं जिदा ही कॉपी करदा हां, मैं कॉपी करके पेस्ट करदा हां। सब तो पहले मेरे स्विच दे विच मेरे स्विच दे राउटिंग टेबल दे विच ਉਹ ਜਿਹੜੀ ਕਮਾਂਡ ਹੋ ਜਾਂਦੀ ਹੈ ਕਿ ਹਾਂਜੀ ਇਹ ਹੋਸਟ ਹੈ ਕੰਪਿਊਟਰ, ਇਹ ਫਲਾਣੇ ਹੋਸਟ ਤੇ ਫਲਾਣੇ ਸਰਵਰ ਤੇ 108 ਤੇ ਕਾਪੀ ਕਰਨਾ ਜਾਂਦਾ ਹੈ। ਐਂਡ ਦੈਨ ਉਹ ਜਿਹੜਾ ਸਵਿਚ ਹੈ, ਉਹ ਸਵਿਚ ਦਾ ਕੰਮ ਕੀ ਹੈ, ਸਵਿਚ ਜਾ ਕੇ ਦੇਖਦਾ ਹਾਂ ਉਹ ਜਾਂ ਫਲਾਣਾ ਸਰਵਰ ਮੇਰੇ ਨਾਲ ਕਨੈਕਟਡ ਹੈ, ਲੈਟ ਹਿਮ ਗੋ, और वो फलानी जगह जो भी जगह डिफाइन की है उसे पेस्ट कर देना है। ओके, और पिंग कर देना है। फॉरगेट अबाउट कॉपी पेस्ट ऑफ डॉक्यूमेंट, जस्ट से पिंग इज जस्ट जिदा टच करके वापस आना है, ए आई वांट टू टॉक टू यू, तो वो को जवाब देता है कंप्यूटर ਤੁਹਾਨੂੰ। ओके, सो हियर वी कॉल पिंग। नाउ नेक्स्ट थिंग ਹੁਣ देखो मैं एक एग्जांपल ले ली कि ਜਦੋਂ सब तो पहले मैं कमांड दी copy and paste to that। okay, ਨੈਟਵਰਕ ਦੀ ਭਾਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਕੰਪਿਊਟਰ ਬਾਹਰ ਨਿਕਲ ਕੇ ਆਰਪ ਦਿੰਦਾ ਹੈ। ਆਰਪ ਇਜ਼ ਜਿੱਦਾਂ ਡੌਗੀ ਜਿੱਦਾਂ ਬਾਈਟ ਕਰਦਾ ਹੁੰਦਾ, ARP ਐਡਰੈਸ। ਆਰਪ ਇਜ਼ ਅ ਬ੍ਰੌਡਕਾਸਟ ਮਤਲਬ ਕਿ ਜਦੋਂ ਮੇਰਾ ਕੰਪਿਊਟਰ ਇੱਕ ਕਾਪੀ ਕਰਨਾ ਚਾਹੁੰਦਾ, ਉਹਨੇ ਨੈਟਵਰਕ ਤੇ ਸਾਰਿਆਂ ਨੂੰ ਸ਼ਾਊਟ ਕਰ ਦਿੱਤਾ, ਮੈਂ ਫਲਾਣਾ ਡਾਕੂਮੈਂਟ ਕਾਪੀ ਕਰਨਾ ਚਾਹੁੰਦਾ ਫਲਾਣੇ ਹੋਸਟ ਵਾਸਤੇ, ਫਲਾਣੇ ਮੈਕ ਐਡਰੈਸ ਵਾਸਤੇ, ਫਲਾਣੀ ਸਰਵਰ ਵਾਸਤੇ, IP ਐਡਰੈਸ ਵਾਸਤੇ। ਉਹ ਸਾਰਿਆਂ ਨੂੰ ਮਿਲਦੀ ਹੈ ਲੈਨ ਦੇ ਇਨਵਾਇਰਨਮੈਂਟ ਦੇ ਵਿੱਚ, ਉਹ ਬ੍ਰੌਡਕਾਸਟ ਮਿਲਦੀ ਹੈ। ਲੇਕਿਨ ਜਿਹਦੇ ਵਾਸਤੇ ਉਹ ਡਿਫਾਈਨ ਕੀਤੀ ਹੁੰਦੀ ਹੈ, ਫੋਰ ਐਗਜ਼ਾਮਪਲ ਅਸੀਂ ਇੱਥੇ 108 ਵਾਸਤੇ ਡਿਫਾਈਨ ਕੀਤੀ ਗਈ ਸੀ, ਉਹ ਵਾਪਸੀ ਜਵਾਬ ਦਿੰਦਾ, ਤੁਸੀਂ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਹੋ ਮਹਾਰਾਜ, ਮੈਂ ਇੱਥੇ ਬੈਠਾ। ਬਾਕੀ ਸਾਰਿਆਂ ਦੀ ਉਹ ਪੈਕੇਟ ਜਿਹੜਾ ਡ੍ਰੌਪ ਹੋ ਜਾਂਦਾ, 108 ਵਾਲਾ ਜਿਹੜਾ ਉਹਨੂੰ ਕੈਚ ਕਰ ਲੈਂਦਾ ਐਂਡ ਹੀ ਰਿਪਲੇਸ ਕਾਪੀ ਐਂਡ ਪੇਸਟ, ਯੂ ਨੋ, ਕਿ ਉੱਥੋਂ ਡਾਕੂਮੈਂਟ ਉਹਨੇ ਕਾਪੀ ਕਰਕੇ ਪੇਸਟ ਕਰਨ ਵਾਸਤੇ ਕਿ 100 ਤੋਂ 108 ਤੇ ਤੁਹਾਡਾ ਡਾਕੂਮੈਂਟ ਪੇਸਟ ਹੋ ਗਿਆ ਜਾਂ ਮੂਵ ਹੋ ਗਿਆ। ਨਾਓ ਓਕੇ, ਅਗਲੀ ਐਗਜ਼ਾਮਪਲ ਦੇ ਵਿੱਚ ਅਸੀਂ ਅਗਲੀ ਉਦਾਹਰਨ ਦੇ ਵਿੱਚ ਲਵਾਂਗੇ ਕਿ ਮੇਰਾ ਹੋਸਟ 172.16.1.100 ਵਾਲਾ ਜਿਹੜਾ ਆ, ਓਕੇ, ਮੇਰਾ ਪੀਸੀ। ਹੁਣ ਮੈਂ ਗੂਗਲ ਦੇ ਕਿਸੇ ਸਰਵਰ ਨੂੰ ਜਾਂ ਕੋਈ ਵੀ XYZ ਤੁਹਾਡਾ ਸਰਵਰ ਲੱਗਾ ਹੈ ਜਾਂ ਕੈਨੇਡਾ ਇੱਕ ਓਕੇ ਆਪਾਂ ਐਗਜ਼ਾਮਪਲ ਲੈ ਰਹੇ ਸੀ 172.16.100 which is my PC over there, ਮੇਰੇ ਇੰਡੀਆ ਵਾਲੇ ਰੈਡ ਨੈਟਵਰਕ ਦੇ ਵਿੱਚੋਂ ਬਲੂ ਨੈਟਵਰਕ ਦੇ ਵਿੱਚ ਇੱਕ ਕੰਪਿਊਟਰ ਲੱਗਾ 10.1.108 ਤੇ ਉਹਨੂੰ ਰੀਚ ਕਰਨਾ ਚਾਹੁੰਦਾ। ਹੁਣ ਉਹ ਉੱਤੇ ਪੇਸ਼ ਕਰਨਾ ਚਾਹੁੰਦਾ। ਉਹ ਨੈਟਵਰਕ ਤੇ ਦੋ ਕੰਪਿਊਟਰ ਲੱਗੇ, ਇੱਕ PC ਹੈ ਇੱਕ ਸਰਵਰ ਹੈ, ਬਟ ਮੈਂ ਸਿਰਫ ਸਰਵਰ ਨੂੰ ਹੀ ਰੀਚ ਕਰਨਾ ਚਾਹੁੰਦਾ। ਓਕੇ, ਜਿੱਦਾਂ ਸਾਡਾ ਨੈਟਵਰਕ ਰੈਡ ਵਾਲੇ ਪਾਸੇ ਇੰਡੀਆ ਵਾਲੇ ਪਾਸੇ ਚੱਲ ਰਿਹਾ, ਉਦਾਂ ਹੀ ਮਿਮਿਕਰੀ ਕੀਤੀ ਹੋਈ ਹੈ ਕਿ ਕੈਨੇਡਾ ਵਾਲੇ ਪਾਸੇ ਜਿਹੜਾ ਬਲੂ ਨੈਟਵਰਕ ਚੱਲ ਰਿਹਾ। ਓਕੇ, ਸੋ ਦੇਖੋ ਇੱਥੇ ਕਿੱਦਾਂ। ਓਕੇ, ਲੈਟਸ ਸੀ ਨਾਓ ਹਾਊ ਦ ਪੈਕੇਟ ਗੋਜ਼। ਦੇਖੋ ਮਜ਼ੇਦਾਰ ਗੱਲ ਹੈ, मैं अपने PC ਤੇ ਬੈਠਾ, ਮੈਂ ਇੱਕ ਡਾਕੂਮੈਂਟ ਖੋਲਿਆ, ਮੈਂ ਉਹਨੂੰ ਕਿਹਾ ਜੀ ਫਲਾਣਾ ਡਾਕੂਮੈਂਟ ਗੋ ਐਂਡ ਪੇਸਟ ਇਟ ਓਵਰ देयर ਇਨ ਕੈਨੇਡਾ ਦੇ ਜਿਹੜਾ ਆਫਿਸ ਦੇ ਵਿੱਚ। ਓਕੇ, ਸੋ ਮੇਰੇ ਕੰਪਿਊਟਰ ਨੇ ਮੇਰਾ IP ਐਡਰੈਸ ਲਿੱਤਾ, ਉਹਨੇ ਸ਼ਾਊਟ ਕੀਤੀ ਕਿ ਹੈ, ਦੇਖੋ ਮੇਰਾ ਕੰਪਿਊਟਰ ਬਾਹਰ ਨਿਕਲ ਕੇ ਸ਼ਾਊਟ ਕਰਦਾ ਕਿ ਸਾਡੇ ਕੈਨੇਡਾ ਵਾਲੇ, ਹੁਣ ਜੇ ਮੈਂ ਕੈਨੇਡਾ ਵਾਲੇ ਕੰਪਿਊਟਰ ਤੇ ਜੇ ਕੈਨੇਡਾ ਵਾਲੇ IP ਐਡਰੈਸ ਤੇ ਕੈਨੇਡਾ ਵਾਲੇ ਸਰਵਰ ਤੇ ਜਿਹੜਾ ਲੋਕਲ ਵਾਲੀ ਸਾਈਟ ਤੇ ਕਨੈਕਟਡ ਆ, ਅਗਰ ਮੈਂ ਉਹਨੂੰ ਅਪਰੋਚ ਕਰਨਾ ਚਾਹੁੰਦਾ, ਮੈਨੂੰ ਉਹਦਾ ਪਬਲਿਕ IP ਐਡਰੈਸ ਲਾਜ਼ਮ ਚਾਹੀਦਾ ਹੋਏਗਾ ਡੈਫੀਨਿਟਲੀ। ਓਕੇ, ਐਂਡ ਪੋਰਟ ਨੰਬਰ ਚਾਹੀਦੀ ਹੋਏਗੀ। ਪੋਰਟ ਨੰਬਰ ਵਿੱਚ ਅਸੀਂ ਲੇਟਰ ਔਨ ਹੋਰ ਡੀਟੇਲਿੰਗ ਦੇ ਵਿੱਚ ਗੱਲ ਕਰਾਂਗੇ, ਬਟ ਪੋਰਟ ਨੰਬਰ ਅਸੀਂ ਇਹ ਸਰਵਰ ਜਿਹੜਾ ਲੱਗਾ ਇੱਥੇ ਪੋਰਟ 8000 ਡਿਫਾਈਨ ਕੀਤੀ ਹੈ, ਜਿਹੜੀ ਮੈਂ ਥੱਲੇ ਵੀ ਦੇਖੋ ਡਿਫਾਈਨ ਕਰ ਰਿਹਾ। ਓਕੇ ਓਕੇ, ਸੋ ਸੋਰਸ ਦਾ ਮੈਕ ਐਡਰੈਸ, ਸੋਰਸ ਦਾ IP ਐਡਰੈਸ ਆ ਗਿਆ। ਹਾਂਜੀ, ਮੇਰੇ ਸੋਰਸ ਦਾ ਮੈਕ ਐਡਰੈਸ, ਮੇਰੇ ਸੋਰਸ ਦਾ IP ਐਡਰੈਸ, ਦੋ ਚੀਜ਼ਾਂ ਆ ਗਈਆਂ। ਉਹ ਕਹਿੰਦਾ ਜੀ ਮੈਂ ਜਿਹੜਾ ਪਬਲਿਕ IP ਫਲਾਣਾ ਜਿਹੜਾ 122 ਵਾਲੇ ਤੇ ਜਾਣਾ ਚਾਹੁੰਦਾ। ਉਹ ਜਦੋਂ ਆਰਪ ਮਾਰੀ ਉਹਨੇ ਇੱਥੇ ਫੇਰ ਕਮਾਂਡ ਮਾਰੀ, ਆਰਪ ਐਡਰੈਸ ਰੈਜ਼ੋਲੂਸ਼ਨ ਪ੍ਰੋਟੋਕਾਲ। ਸੋ ਆਰਪ ਇਜ਼ ਅ ਬ੍ਰੌਡਕਾਸਟ। ਜਦੋਂ ਉਹਨੇ ਆਰਪ ਮਾਰੀ, ਬ੍ਰੌਡਕਾਸਟ ਮਾਰੀ, ਜਿੰਨੇ ਕੰਪਿਊਟਰ ਲੱਗੇ ਸੀਗੇ ਮੇਰੇ ਨੈਟਵਰਕ ਤੇ 172.168.100 ਵਾਲੇ ਤੇ ਸਾਰਿਆਂ ਨੇ ਸੁਣਿਆ। ਉਹ ਕਹਿੰਦੇ ਓ ਦਿਸ ਇਜ਼ ਨਾਟ ਸਿਮਿਲਰ ਨੈਟਵਰਕ ਜਿੱਥੇ ਅਸੀਂ ਕਨੈਕਟਡ ਹਾਂ। ਅਸੀਂ ਕਨੈਕਟਡ ਹਾਂ 255 ਵਾਲੇ ਨਾਲ,
ਐਂਡ 172 ਵਾਲੇ ਨੈਟਵਰਕ ਦੇ ਨਾਲ, 16 ਵਾਲੇ ਨੈਟਵਰਕ ਦੇ ਨਾਲ, ਇਹ ਤੇ 122 ਹੈਗਾ। ਸੋ ਰਾਈਟ ਅਵੇ ਸਾਡਾ ਜਿਹੜਾ ਰਾਊਟਰ ਆ ਉਹ ਬ੍ਰੌਡਕਾਸਟ ਜਿਹੜੀ ਆ ਉੱਥੇ ਖਤਮ ਕਰ ਦਿੰਦਾ ਹੈ। ਰਾਊਟਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ, ਰਾਊਟਰ ਜਿਹੜੇ ਨੇ ਉਹ ਬ੍ਰੌਡਕਾਸਟ ਖਤਮ ਕਰ ਦਿੰਦੇ ਨੇ। ਅਦਰਵਾਈਜ਼ ਬ੍ਰੌਡਕਾਸਟ ਦਾ ਰੌਲਾ ਪਿਆ ਹੋਣਾ ਸੀ, ਹਰ ਕੰਪਿਊਟਰ ਉੱਤੇ ਰੌਲਾ ਪਾਉਂਦਾ ਹੋਣਾ ਸੀ, ਉਹ ਮੇਰਾ ਡਾਕੂਮੈਂਟ ਪੇਸ਼ ਕਰੋ, ਬਟ ਇਟ ਡਸਨਟ ਗੋ ਲਾਈਕ ਦੈਟ। ਓਕੇ, ਸੋ ਹਾਊ ਇਟ ਗੋਜ਼। ਓਕੇ ਗਾਇਜ਼, ਆਪਾਂ ਸੀਗੇ ਕਲੋਜ਼ ਟੂ ਸੈਂਡ ਅ ਪੈਕੇਟ ਫਰੋਮ ਆਵਰ, ਦੇਖੋ ਲੋਕਲੀ ਅਸੀਂ ਇੱਕ ਦੂਜੇ ਨਾਲ ਪਿੰਗ ਕਰ ਲਈ, ਇਟ ਵਰਕਸ ਫਾਈਨ ਹੈ ਨਾ। ਉਹਨੇ ਆਰਪ ਕੀਤੀ ਐਡਰੈਸ ਰੈਜ਼ੋਲੂਸ਼ਨ ਪ੍ਰੋਟੋਕਾਲ ਆਰਪ, ਐਂਡ ਜਦੋਂ ਸਵਿਚ ਨੇ ਸੁਣਿਆ, ਉਹਨੂੰ ਸੁਣ ਕੇ ਉਹਨੇ ਰੀਡਾਇਰੈਕਟ ਕਰ ਦਿੱਤਾ ਕਿ ਸਾਡੇ ਲੋਕਲ ਨੈਟਵਰਕ ਤੇ ਹੀ ਆ ਤੂੰ, ਅਸੀਂ ਬਈ ਸੇਮ ਨੈਟਵਰਕ ਤੇ ਹੀ ਆ, ਤੁਸੀਂ 172 116 ਤੇ ਜਾ ਰਹੇ ਹੋ ਤੇ ਤੁਸੀਂ 100 ਤੋਂ ਆ ਰਹੇ ਹੋ, ਆ ਜਾਓ ਮੈਂ ਤੁਹਾਨੂੰ ਸੇਮ ਲੋਕਲ ਜਿਹੜਾ ਛੇਤੀ ਪਹੁੰਚਾ ਦਵਾਂ। ਬਟ ਨਾਓ ਹੁਣ ਨੈਕਸਟ ਜਿਹੜਾ ਸਾਡਾ ਐਗਜ਼ਾਮਪਲ ਆ, ਹੁਣ ਅਸੀਂ ਜਿਹਦੇ ਵਿੱਚ ਅਸੀਂ ਪੂਰੀ ਡਿਟੇਲਿੰਗ ਲਵਾਂਗੇ ਇੱਕ ਪੈਕੇਟ ਜਿਹੜਾ ਆ ਉਹ TCP ਦੇ ਨਾਲ ਕਿੱਦਾਂ ਉਹ ਰਿਲੇਟ ਕਰ ਰਿਹਾ, ਠੀਕ ਹੈ, ਕਿੱਦਾਂ ਕਨਫਰਮ ਕਰ ਰਹੀ ਹੈ ਉਹ ਕੰਪਿਊਟਿੰਗ ਦੇ ਵਿੱਚ, ਨੈਟਵਰਕਿੰਗ ਲੈਂਗੁਏजेस ਦੇ ਵਿੱਚ। ਓਕੇ, ਸੋ ਮੈਂ 172.168 ਤੋਂ ਆ ਕੇ ਪਿੰਗ ਕੀਤੀ, ਮੈਂ ਕਿਹਾ ਜੀ ਮੈਂ ਜਾ ਰਿਹਾ ਹਾਂ 122.16108.17 ਤੇ, ਜਿੱਦਾਂ ਤੁਸੀਂ ਐਗਜ਼ਾਮਪਲ ਤੇ ਦੇਖਦੇ ਹੋ। ਓਕੇ, नीचे मैं डिफाइन कर देता सोर्स आईपी एड्रेस मेरा जी, सोर्स आईपी एड्रेस है जी, ਉਹ ਇੱਥੇ ਨਹੀਂ, ਇੱਥੇ ਡਿਫਰੈਂਟ ਹੋ ਗਿਆ। ਸੋਰਸ ਆਈਪੀ ਐਡਰੈਸ ਹੁਣ ਸਾਡੇ ਕੋਲ ਹੋਏਗਾ ਇਹ ਵਾਲਾ, ਇੰਡੀਆ ਤੋਂ ਆ ਰਿਹਾ ਨਾ ਸੀ, ਸੋ ਬੇਸਿਕਲੀ। ਓਕੇ, ਸੋ ਮੈਂ ਇੱਕ ਪੈਕੇਟ ਤਿਆਰ ਕੀਤਾ, ਇੱਕ ਪੈਕੇਟ ਦੇ ਵਿੱਚ ਚੀਜ਼ਾਂ ਡਿਫਾਈਨ ਕੀਤੀਆਂ। ਇੱਕ ਪੈਕੇਟ ਦੇ ਵਿੱਚ 10 ਕਿਲੋਬਾਈਟ ਦਾ ਡੇਟਾ ਸੀਗਾ, ਜਾਂ ਇੱਕ ਪੈਕੇਟ ਦੇ ਵਿੱਚ ਇੱਕ ਬਾਈਟ ਦਾ ਹੀ ਡੇਟਾ ਸੀਗਾ, 1 ਕਿਲੋਬਾਈਟ ਦਾ, ਵਟਐਵਰ ਗ੍ਰਾਮਸ ਤੁਸੀਂ ਲਗਾ ਲਓ ਨਾ, ਨੈਟਵਰਕਿੰਗ ਦੇ ਵਿੱਚ ਇਸ ਕਿਲੋਬਾਈਟ, ਬਾਈਟਸ, ਬਿਟਸ। ਸੋ ਜਦੋਂ ਮੈਂ ਪਿੰਗ ਕੀਤੀ, ਮੇਰੇ ਰਾਊਟਰ ਨੇ ਦੇਖਿਆ ਕਿ this IP address doesn't belong to our local network। ਉਹਨੇ ਰਾਈਟ ਅਵੇ ਬ੍ਰੌਡਕਾਸਟ ਨੂੰ ਡ੍ਰੌਪ ਕਰ ਦਿੱਤਾ, ਇੱਥੇ ਕ੍ਰਾਸ ਕਰਕੇ ਉਹਨੂੰ ਪਿੱਛੇ ਰਹਿਣ ਦਿੱਤਾ, ਇੱਕ ਤਰ੍ਹਾਂ ਦੀ ਫਾਇਰਵਾਲ ਆ ਗਈ। ਹੁਣ ਉਸ ਤੋਂ ਅੱਗੇ ਵਾਲਾ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਰਾਈਟ ਸਾਈਡ ਤੇ, where you can see on the right side here, ਦੇਖੋ ਆਪਣੀ ਇੰਡੀਆ ਵਾਲੇ ਨੈਟਵਰਕ ਤੋਂ, ਰੈਡ ਨੈਟਵਰਕ ਤੋਂ ਵੈਨ ਵਾਲੀ ਸਾਈਡ ਤੋਂ ਬਾਅਦ ਇੱਥੇ ਬ੍ਰੌਡਕਾਸਟ ਖਤਮ ਕਰ ਦਿੱਤੀ। ਰਾਊਟਰ ਨੇ ਬ੍ਰੌਡਕਾਸਟ ਖਤਮ ਕਰ ਦਿੱਤੀ। ਰਾਊਟਰਸ ਦਾ ਕੰਮ ਹੀ ਹੈ ਕਿ ਬ੍ਰੌਡਕਾਸਟ ਖਤਮ ਕਰਨਾ, ਅਦਰਵਾਈਜ਼ ਦੁਨੀਆ ਦੇ ਵਿੱਚ ਹੱਲਾ ਮਚਾ ਹੁੰਦਾ ਬ੍ਰੌਡਕਾਸਟਾਂ ਦਾ। ਇੱਕ ਸਿੰਪਲ ਫਾਈਲ ਜਿਹੜੀ ਆ ਉਹ ਸਿੱਧੇ ਰਾਊਟ ਕਰਨਾ ਚਾਹੁੰਦਾ, ਉਹਦੇ ਵਾਸਤੇ ਕੀ ਹੋ ਰਿਹਾ ਦੇਖੋ, TCP ਕਿੱਦਾਂ ਕੰਮ ਕਰ ਰਿਹਾ, ਜਿਹੜਾ ਟ੍ਰਾਂਸਮਿਸ਼ਨ ਕੰਟਰੋਲ ਜਿਹੜਾ ਆ ਪ੍ਰੋਟੋਕਾਲ ਉਹ ਕਿੱਦਾਂ ਕੰਮ ਕਰ ਰਿਹਾ। ਸੋ ਜਿਹੜਾ ਸਾਡਾ ਰਾਊਟਰ ਹੈ, ਰਾਊਟਰ ਨੇ ਰੀਡ ਕੀਤਾ ਸੋਰਸ ਦਾ ਮੈਕ ਐਡਰੈਸ, ਸੋਰਸ ਦਾ IP ਐਡਰੈਸ, ਸੋਰਸ ਦਾ ਮੈਕ ਐਡਰੈਸ। ਸੋਰਸ ਦਾ IP ਐਡਰੈਸ ਕਿਹੜਾ ਹੋ ਗਿਆ ਸਾਡੇ ਕੋਲ, ਜਿਹੜਾ ਸਾਨੂੰ ਐਕਸਟਰਨਲ ਪਬਲਿਕ IP ਐਡਰੈਸ ਹੈ। ਸੋਰਸ ਦਾ ਮੈਕ ਐਡਰੈਸ ਕਿਹੜਾ ਮਿਲਣਾ ਹੈ, ਜਦੋਂ ਉਹਨੇ ਇੱਥੇ ਆਰਪ ਦੇ ਵਿੱਚ ਆਰਪ ਮਾਰੀ ਨਾ, ਉਹਨੇ ਆਰਪ ਦੇ ਵਿੱਚ ਉਹਨੇ ਜਦੋਂ ਦੇਖਿਆ ਕਿ XYZ ਹੋਸਟ ਹੈ, 100 ਵਾਲਾ ਹੋਸਟ ਹੈ, ਇਹੀ ਮਾਰ ਰਿਹਾ ਸੀਗਾ ਜਿਹੜਾ ਨਾ ਬਾਹਰ ਜਾਣਾ ਚਾਹੁੰਦਾ ਸੀਗਾ, ਇਹਦਾ ਮੈਕ ਐਡਰੈਸ ਮੈਂ ਅੱਗੇ ਪਹੁੰਚਾਉਂਦਾ ਕਿ ਇਹ ਵਾਲਾ ਜੀ, ਇਹਨੂੰ ਫੜੋ ਆ ਕੇ, ਠੀਕ ਹੈ। ਸੋ ਮੈਕ ਐਡਰੈਸ ਕਿਹੜਾ ਹੋ ਗਿਆ, ਮੇਰੇ PC ਦਾ ਮੈਕ ਐਡਰੈਸ, ਪਬਲਿਕ IP is my source। ਨਾਓ ਦੇਖੋ ਸੋਰਸ ਸਾਡਾ ਕਿੱਦਾਂ ਬਣ ਰਿਹਾ, ਸੋਰਸ is destination, IP address ਤੇ MAC address of my PC। on another end Canadian side ਦੇਖੋ ਸਾਡੇ ਕੋਲ ਜਿਹੜਾ ਪਬਲਿਕ IP address ਆ ਉਹ ਇਹ ਆ, ਤੇ ਉਹਦਾ MAC address ਉਹ ਹੋਏਗਾ, ਜਾਂ ਪੋਰਟ ਨੰਬਰ, ਇੱਥੇ ਮੈਂ ਪੋਰਟ ਨੰਬਰ ਡਿਫਾਈਨ ਕੀਤੀ ਸੀ, ਰਾਈਟ। ਉਹਦਾ MAC address ਪੋਰਟ ਨੰਬਰ ਉਹ ਹੋਏਗਾ ਜਿੱਥੇ ਸਰਵਰ ਅਟੈਚ ਹੈ, ਜਿਹੜੇ IP address ਨਾਲ ਉਹ ਅਟੈਚ ਹੈ, ਕਿਉਂਕਿ ਸਾਨੂੰ ਨਹੀਂ ਪਤਾ ਉਹਨਾਂ ਦੇ ਨੈਟਵਰਕ ਨਾਲ ਨਾ, ਅਸੀਂ ਸਿਰਫ ਪੋਰਟ ਡਿਫਾਈਨ ਕਰ ਰਹੇ ਹਾਂ ਕਿ ਫਲਾਣੀ ਪੋਰਟ ਜਿਹੜੀ ਹੈ, ਪੋਰਟਸ ਦੇ ਬਾਰੇ ਅਸੀਂ ਰਿਲੇਟਡ ਡਿਟੇਲ ਚ ਗੱਲ ਕਰਾਂਗੇ। ਓਕੇ, ਸੋ ਜਦੋਂ ਇੱਥੋਂ ਪੈਕੇਟ ਤੁਰਿਆ, ਇੰਡੀਆ ਤੋਂ ਤੁਰਿਆ, ਉਹ ਪੂਰਾ ਇੱਥੋਂ ਬ੍ਰੌਡਕਾਸਟ ਟੁੱਟੀ, ਜਿਹੜਾ ਰਾਊਟਰ ਹੈ, ਰਾਊਟਰ ਨੇ ਉਹਦੀ ਬ੍ਰੌਡਕਾਸਟ ਤੋੜੀ, ਆਰਪ ਇੱਥੇ ਕ੍ਰੋਸ ਕਰਕੇ ਉਹਦਾ ਮੈਕ ਐਡਰੈਸ ਅੱਗੇ ਤੋੜ ਦਿੱਤਾ। ਹੁਣ ਦੇਖੋ ਇੱਥੇ 99 ਵਾਲੇ ਦੇ ਨਾਲ 25 ਦੇ ਨਾਲ, ਉਹ ਜ਼ਾਹਿਰ ਜੀ ਗੱਲ ਹੈ ਉਹੀ ਅੱਗੇ ਜਿਹੜਾ ਕਨੈਕਟ ਹੋਇਆ ਹੈਗਾ ਰਾਊਟਰ ਜਿਹਦਾ ਸੇਮ ਸਬਨੈਟ ਮਾਸਕ ਹੈ, ਫੋਰ ਐਗਜ਼ਾਮਪਲ 99 252 138 55, ਔਰ ਇੱਥੇ ਉਹਦਾ ਕੀ ਹੋਏਗਾ, ਸਿਮਿਲਰ ਟੂ ਦੈਟ ਹੋਏਗਾ, ਰਾਈਟ। ਨਹੀਂ, ਸੋ ਜਿਹੜਾ ਇੱਥੇ IP ਐਡਰੈਸ ਹੋਏਗਾ 99 252
138.50 ਜਾਂ ਉਹ ਸੇਮ ਨੈਟਵਰਕ ਦੇ ਵਿੱਚ ਦੇਖੋ ਨਾ ਉਹਦੇ 255 ਦੇ ਵਾਲੇ ਦੀ ਜਿੱਦਾਂ ਅਸੀਂ ਪਹਿਲੇ ਗੱਲ ਕਰ ਰਹੇ ਸੀ, ਸੇਮ ਸਬਨੈਟ ਮਾਸਕ ਦੇ ਵਿੱਚ ਉਹ ਜਿੱਥੇ ਵੀ ਉਹ ਐਗਜ਼ਿਸਟ ਕਰਦਾ ਹੈ, ਜੋ ਵੀ ਉਹਦਾ ਹੈ ਨਾ, ਜਿਸ ਹਿਸਾਬ ਨਾਲ ਉਹਨੂੰ ਡਿਵਾਈਡ ਕੀਤਾ ਗਿਆ ਆ। ਸੋ ਇਹ ਰਾਊਟਰ ਜੁੜਿਆ, ਇਹ ਰਾਊਟਰ ਦੇ ਨਾਲ ਇਹ ਰਾਊਟਰ ਜੁੜਿਆ ਅੱਗੇ ਦੁਨੀਆ ਦੇ ਨਾਲ। ਹੁਣ ਦੇਖੋ ਜਿਹੜਾ ਸਾਨੂੰ ਇੰਡੀਆ ਦੇ ਵਿੱਚੋਂ ਪਹੁੰਚਾ ਰਿਹਾ ਸੀ ਸਰਵਿਸ, ਹਾਂਜੀ, ਜਿਹੜਾ ਸਰਵਿਸ ਪ੍ਰੋਵਾਈਡਰ ਸਾਡੇ ਕੋਲ ਲੈ ਰਿਹਾ ਸੀ, ਉਹਨੇ ਵੀ ਰਸ਼ੀਆ ਦੇ ਕੋਲੋਂ ਸਰਵਿਸ ਲਿੱਤੀ ਹੋਈ ਸੀ। ਜਿਹੜਾ ਕੈਨੇਡਾ ਦੇ ਵਿੱਚ ਸਾਨੂੰ ਸਰਵਿਸ ਦੇ ਰਿਹਾ ਸੀ, ਉਹਨੇ ਵੀ ਰਸ਼ੀਆ ਤੋਂ ਸਰਵਿਸ ਲਿੱਤੀ ਹੋਈ ਸੀ। ਉਹਨਾਂ ਦੋਨਾਂ ਦੇ ਰਾਊਟਰ ਸੇਮ ਸਬਨੈਟ ਮਾਸਕ ਤੇ ਸੀਗੇ, ਉਹਨਾਂ ਨੂੰ ਈਜ਼ੀ ਹੋ ਗਈ ਟਾਕ ਕਰਨੀ, ਠੀਕ ਹੈ। ਇਹਨੇ ਛੇਤੀ ਲੱਭ ਲਿਆ 99 ਵਾਲਾ ਨੈਕਸਟ ਹੋਸਟ, ਉਹਨੇ ਅੱਗੋਂ ਛੇਤੀ ਲੱਭ ਲਿਆ ਜਿਹੜਾ ਉਹਦੇ ਕਲੋਜ਼ ਸੀਗਾ। ਰਾਊਟਰਾਂ ਦਾ ਕੰਮ ਹੀ ਇਹੀ ਹੈ, ਰਾਊਟਰਸ ਆਰ ਮੇਡ ਫॉर ਇਟ। ਦੀ ਕਲੋਜ਼ੈਸਟ ਜਿਹੜਾ ਨੈਟਵਰਕ ਦੇ ਵਿੱਚ, ਨੈਟਵਰਕ ਸਾਡੇ ਰੋਡ, ਕਲੋਜ਼ੈਸਟ ਰੋਡ ਕਿਹੜਾ ਆ ਸਾਡੇ ਕੋਲ ਜਿਹਦੇ ਤੱਕ ਮੈਂ ਉਹ ਵਾਲੇ ਆਈਪੀ ਐਡਰੈਸ ਤੱਕ ਪਹੁੰਚ ਪਾਵਾਂ। ਓਕੇ, ਸੋ ਹੇਅਰ ਉਹ ਮੈਕ ਐਡਰੈਸ ਉਹ ਲੈਂਦਾ ਜਾ ਰਿਹਾ, ਮੈਕ ਐਡਰੈਸ ਉਹਨੇ ਅੱਗੇ ਐਡਰੈਸ ਐਂਡ ਮੈਕ ਜਿਹੜਾ ਮੈਕ ਐਡਰੈਸ ਲੈ ਕੇ ਜਾ ਰਿਹਾ, ਉਹ ਲੈਨ ਤੋਂ ਨਿਕਲ ਕੇ ਵੈਨ ਦੇ ਵਿੱਚ ਆਇਆ, ਵੈਨ ਤੋਂ ਦੂਜੇ ਰਾਊਟਰ ਦੇ ਵਿੱਚ ਆਇਆ। ਉਹਨੂੰ ਪਤਾ ਲੱਗਾ ਕਿ ਉਹ ਇਹਦਾ ਤੇ ਡੈਸਟੀਨੇਸ਼ਨ ਆਈਪੀ ਉਹ ਬਹੁਤ ਦੂਰ ਹੈ, ਮੇਰੇ ਨੈਟਵਰਕ ਦੇ ਨਾਲ ਕੋਈ ਰਿਲੇਟਡ ਨਹੀਂ ਹੈ, ਇਹਨੂੰ ਮੈਂ ਅੱਗੇ ਤੋਰ ਦੇਣਾ। ਉਹਨੇ ਇੱਥੇ ਤੋਰਿਆ, ਇੱਦਾਂ ਕਰਦੇ ਜੀ ਉਹ ਇੱਕ ਰਾਊਟਰ ਤੱਕ ਪਹੁੰਚ ਗਿਆ ਜਿਹੜਾ ਇਹ ਵਾਲੇ ਨੈਟਵਰਕ ਨਾਲ ਕਨੈਕਟਡ ਸੀਗਾ 122.161.0.8.17 ਜਿਹਨੂੰ ਮੈਂ ਜਾਣਾ ਚਾਹੁੰਦਾ ਸੀਗਾ। ਐਂਡ ਫਿਰ ਮੈਂ ਇਹ ਵਾਲੇ ਨੈਟਵਰਕ ਤੇ ਪਹੁੰਚਣ ਤੋਂ ਬਾਅਦ ਉਹਨੂੰ ਕਿਹਾ ਜੀ ਹੁਣ ਮੈਂ ਪੋਰਟ ਨੰਬਰ 8000 ਤੇ ਜਾਣਾ ਚਾਹੁੰਦਾ ਜੀ। ਜਦੋਂ ਮੈਂ ਪੋਰਟ ਨੰਬਰ ਡਿਫਾਈਨ ਕਰਦਾ, ਉਹ ਸਿੱਧੇ ਮੈਨੂੰ ਉਹ ਵਾਲੇ ਮੈਕ ਐਡਰੈਸ ਦੇ ਕੋਲ ਲੈ ਜਾਂਦਾ। ਜਦੋਂ ਉੱਥੇ ਜਾ ਕੇ ਪਹੁੰਚ ਜਾਂਦਾ ਹੈ, ਇੱਥੇ ਉਹ ਮੈਨੂੰ ਵਾਪਸ ਕਨਫਰਮੇਸ਼ਨ ਭੇਜਦਾ, ਫਿਰ 108 ਕਨਫਰਮੇਸ਼ਨ ਵਾਪਸ ਭੇਜਦਾ ਕਿ ਹੈ ਆਈ ਗॉट योर ਪੈਕੇਟ। ਉਹ ਇੱਥੋਂ ਤੁਰਦਾ ਵਾਪਸ, ਜਿੱਦਾਂ ਉਧਰੋਂ ਆਂਦਾ, ਜਿੱਦਾਂ ਇਹ ਵਾਲੇ ਨੈਟਵਰਕ ਤੋਂ ਇੱਧਰ ਆਂਦੇ ਦੇਖਿਆ ਕਿ ਮੈਕ ਐਡਰੈਸ ਉਹ ਕਹਿ ਰਿਹਾ ਕਿ ਡੈਸਟੀਨੇਸ਼ਨ ਅੱਗੇ ਹੈ ਜੀ ਮੇਰੀ। ਉਹ ਜਦ ਤੱਕ ਉਹਨੂੰ ਡੈਸਟੀਨੇਸ਼ਨ ਮਿਲਦੀ ਨਹੀਂ ਨਾ, ਉਹ ਪੁਰਾਣਾ ਜਿਹੜਾ ਪਿੱਛੇ ਵਾਲਾ ਜਿਹੜਾ ਐਡਰੈਸ ਉਹ ਅੱਗੇ ਤੋਰੀ ਜਾਂਦੇ ਆ। ਜਦ ਉਹਨੂੰ ਐਂਡ ਵਾਲੀ ਡੈਸਟੀਨੇਸ਼ਨ ਮਿਲ ਜਾਂਦੀ ਹੈ, then he say okay I got your packet and he sent the confirmation back to this guy। ਦੇਖੋ ਨੈਟਵਰਕ ਦੇ ਵਿੱਚ ਕਿੰਨਾ ਫਾਸਟ, ਕਿੰਨਾ ਵਾਸਟ ਤਰੀਕੇ ਨਾਲ ਹੈ ਜਿਹੜਾ ਸਪੀਡ ਦੇ ਨਾਲ, ਕਿੰਨੀ ਲਾਈਟਨਿੰਗ ਸਪੀਡ ਦੇ ਨਾਲ ਉਹ ਜਿਹੜਾ ਪੈਕੇਟ ਜਿਹੜਾ ਜਾਂਦਾ ਆਂਦਾ ਘੁੰਮ ਕੇ ਵਰਲਡ ਵਾਈਡ। ਅਸੀਂ ਇੱਕ ਈਮੇਲ ਕਰਦੇ ਹਾਂ, ਇੱਕ ਮੈਸੇਜ ਕਰਦੇ ਹਾਂ ਅਸੀਂ, ਏ ਆਈ ਵਾਂਟ ਟੂ ਟਾਕ ਟੂ ਏ ਮਾਮਾ ਮਾਰਨਿੰਗ ਕਰਦੇ ਹੋਏ ਜਦੋਂ ਉੱਥੇ ਇੱਕੋ ਦੇਖੋ ਮੈਸੇਜ, 2 ਕੈਰੈਕਟਰਸ ਦਾ ਮੈਸੇਜ ਹੈ ਮਾਮਾ ਮਾਰਨਿੰਗ ਹੀ। ਉਹ ਇੰਡੀਆ ਤੋਂ ਸ਼ੁਰੂ ਹੁੰਦਾ ਹੈ, ਜਾ ਕੇ ਕੈਨੇਡਾ ਦਾ ਕਿੱਦਾਂ ਵਾਪਸ ਘੁੰਮ ਕੇ ਵਾਪਸ ਆਉਂਦਾ ਹੈ ਵਿਦਿਨ few seconds or within a second or so। Okay, so this is why we need network engineers. This is why the networking is growing. This is why you need this course. This is why I encourage everyone to stay longer with me to finish this course। Okay guys, I hope, ਮੈਨੂੰ ਉਮੀਦ ਹੈ ਕਿ TCP IP ਦਾ ਜਿਹੜਾ ਕਨਸੈਪਟ ਹੈ ਤੁਹਾਨੂੰ ਸਮਝ ਆ ਗਿਆ ਕਿ ਮੈਕ ਐਡਰੈਸ, IP ਐਡਰੈਸ ਕਿੱਥੋਂ ਤੁਰਦਾ ਹੈ, ਕਿੱਦਾਂ ਉਹ ਨੈਕਸਟ ਵਾਲਾ ਜਿਹੜਾ ਉਹ ਸੋਰਸ ਤੇ ਡੈਸਟੀਨੇਸ਼ਨ ਜਿਹੜਾ ਉਹਦੀ ਪੋਰਟ ਤੇ ਲੈ ਕੇ ਜਾਂਦਾ ਆ, ਸਟਫ ਲਾਈਕ ਦੈਟ ਹੈ ਨਾ। ਕੋਈ ਕੁਐਸਚਨ ਹੋਵੇ ਇਹਨਾਂ ਦੇ ਬਾਰੇ ਚ, ਅਸੀਂ ਇਹਨਾਂ ਦੇ ਬਾਰੇ ਚ ਫਿਰ ਡੀਟੇਲਿੰਗ ਚ ਗੱਲ ਕਰਦੇ ਰਹਾਂਗੇ, ਬਿਕੋਜ਼ ਆਲ ਓਵਰ ਦੀ ਕੋਰਸ ਸਾਨੂੰ ਜਿਹੜਾ TCP IP ਜਿਹੜਾ ਕਨਸੈਪਟ ਹੈ ਇਹ ਨਾਲ ਚੱਲਦਾ ਰਹਿਣਾ ਹੈ। ਵੈਰੀ ਇੰਟਰਸਟਿੰਗ ਕਨਸੈਪਟ। ਓਕੇ ਗਾਇਜ਼, ਮੈਨੂੰ ਉਮੀਦ ਹੈ ਕਿ ਤੁਹਾਨੂੰ TCP IP ਦਾ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ। ਅਗਰ ਤੁਹਾਨੂੰ ਫਿਰ ਵੀ ਕੋਈ ਕੁਐਸਚਨ ਹੈ ਜਾਂ ਕੋਈ ਦਿੱਕਤ ਹੈ, TCP IP ਜਿਹੜਾ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਆ ਓਵਰ ਦੀ ਇੰਟਰਨੈਟ ਜਿਹੜਾ ਆ ਉਹ ਕਿਸ ਤਰ੍ਹਾਂ ਚੱਲਦਾ ਆ, ਕਿੱਦਾਂ ਸਾਨੂੰ A to Z ਕਮਿਊਨੀਕੇਸ਼ਨ ਹੁੰਦੀ ਹੈ। each packet could be 10 kilobyte, 1 gigabyte or one bit। Okay, so that's 1 bit। sometimes we call it ping। मैं सिर्फ टच करके आ रहा है, मैं कोई ਤੁਹਾਨੂੰ ਡ੍ਰੌਪ ਨਹੀਂ ਕਰਕੇ ਆ ਰਿਹਾ, ਮੈਂ ਕੋਈ ਪੈਕੇਟ ਵੀ ਨਹੀਂ ਦੇ ਰਿਹਾ ਤੁਹਾਨੂੰ ਨਾ, ਜਸਟ ਛੋਟਾ ਪੈਕੇਟ ਦੇ ਰਿਹਾ 1 ਕਿਲੋਬਾਈਟ ਦਾ, whatever।